ਜੋ ਅਸੀਂ ਸ਼ਲੋਕ ਗਾਇਨ ਕੀਤੇ ਹਨ, ਇਹ ਫਰੀਦ ਜੀ ਦੇ ਲੜੀਵਾਰ ਜਿਹੜੇ ਸ਼ਲੋਕ ਹਨ, ਜਿੱਥੇ ਕਰੀਬਨ ਫਰੀਦ ਜੀ ਦੇ 130 ਸ਼ਲੋਕ ਲਿਖੇ ਹੋਏ ਹਨ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨਾਂ ਸ਼ਲੋਕਾਂ ਵਿੱਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ। ਉਹਨਾਂ 130 ਸ਼ਲੋਕਾਂ 'ਚ ਇਹ 90, 91 ਔਰ 92, 91, 92, 93 ਨੰਬਰ ਸ਼ਲੋਕ ਅਸੀਂ 3 ਸ਼ਲੋਕ ਅੱਜ ਗਾਇਨ ਕੀਤੇ ਹਨ। ਫਰੀਦ ਜੀ ਕਹਿੰਦੇ ਹਨ, ਮੇਰਾ ਤਨ ਸੁੱਕ ਗਿਆ ਹੈ, ਫਰੀਦਾ ਤਨ ਸੁੱਕਾ ਪਿੰਜਰ ਥਿਆ, ਪਿੰਜਰ ਹੋ ਗਿਆ ਹੈ, ਤਲੀਆਂ ਖੁੰਡੈ ਕਾਗ, ਅਜੈ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਗ। ਤੇ ਮੇਰੇ ਜੀਵਨ ਵਿੱਚ ਹੁਣੇ ਰੱਬ ਜੀ ਨਹੀਂ ਆਏ, ਅਜੀਬ ਜੇ ਮੇਰੇ ਭਾਗ ਬਣ ਗਏ ਨੇ। ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ। ਇੱਥੋਂ ਸਾਨੂੰ ਉਸ ਗੱਲ ਦਾ ਭੁਲੇਖਾ ਪੈਂਦਾ ਹੈ, ਜਿਹੜਾ ਕਿ ਇੱਕ ਚਿੱਤਰਕਾਰ ਨੇ ਇੱਕ ਫੋਟੋ ਬਣਾਈ ਔਰ ਅਸੀਂ ਸਭ ਨੇ ਉਹ ਫੋਟੋ ਨੂੰ ਦੇਖਿਆ। ਬਣਾਇਆ ਇੱਕ ਪੇਂਟਰ ਨੇ ਇੱਕ ਸੀਨ ਕਿ ਫਰੀਦ ਜੀ ਕਾਂ ਵੱਲ ਹੱਥ ਕਰਕੇ ਕਹਿ ਰਹੇ ਨੇ ਕਿ ਤੂੰ ਮੇਰਾ ਸਾਰਾ ਤਨ ਚੁੰਝਾ ਮਾਰ ਕੇ ਸਾਰੇ ਮਾਸ ਨੂੰ ਖਾ ਲਿਆ ਹੈ, ਮੇਰੀਆਂ ਇਹਨਾਂ ਅੱਖਾਂ ਨੂੰ ਟੱਚ ਨਾ ਕਰੀ, ਕਿਉਂਕਿ ਮੈਨੂੰ ਰੱਬ ਨੂੰ ਦੇਖਣ ਦੀ ਆਸ ਹੈ। ਅਸੀਂ ਇਸ ਤਰ੍ਹਾਂ ਮੰਨ ਲਿਆ ਕਿਉਂਕਿ ਪੇਂਟਰ ਨੇ ਇੰਝ ਬਣਾਇਆ ਸੀ। ਅਸੀਂ ਕਿਸੇ ਵੀ ਪੇਂਟਿੰਗ ਔਰ ਕਿਸੇ ਵੀ ਜਗ੍ਹਾ ਕਿਸੇ ਦਾ ਕੁਝ ਵੀ ਲਿਖਤ ਦੇ ਬਦਲੇ ਹਰ ਗੱਲ ਨੂੰ ਗੁਰਬਾਣੀ ਚੋਂ ਲੱਭਣਾ ਹੈ। ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਲੱਭਣੇ ਹਨ, ਤਾਂ ਕਿ ਸਾਨੂੰ ਜਿਹੜੀ ਗੱਲ ਸੁਨੇਹਾ ਦਿੱਤਾ ਜਾ ਰਿਹਾ ਉਹ ਸਾਡੇ ਪੱਲੇ ਪੈ ਸਕੇ। ਜਦੋਂ ਅਸੀਂ ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਲੱਭਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਜੋ ਅਸੀਂ ਗੱਲਾਂ ਕਰਦੇ ਹਾਂ ਜਾਂ ਜੋ ਅਸੀਂ ਸੁਣਿਆ ਸੀ ਜਾਂ ਜੋ ਅਸੀਂ ਸਮਝ ਕੇ ਬੈਠੇ ਹੋਏ ਹਾਂ, ਗੱਲ ਉਸ ਤੋਂ ਕੁਝ ਅਲੱਗ ਚੱਲ ਰਹੀ ਹੈ। ਜਦੋਂ ਅਸੀਂ ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਹਾਂ ਤਾਂ ਇਹਨੂੰ ਕਹਿੰਦੇ ਨੇ ਸਪੀਕਿੰਗ ਇਨ ਵਰਨੈਕੂਲਰ। ਮੈਟਾਫਰਸ ਯੂਜ਼ ਕੀਤੇ ਜਾਂਦੇ ਨੇ, ਫਰੇਜ਼ਿਸ ਯੂਜ਼ ਕੀਤੇ ਜਾਂਦੇ ਨੇ, ਔਰ ਸਪੀਕਿੰਗ ਇਨ ਵਰਨੈਕੂਲਰ ਹੁੰਦਾ ਪ੍ਰੌਡਾਵਾਦ ਦੀ ਲੈਂਗੁਏਜ ਵਿੱਚ ਗੱਲ ਕਰਨਾ। ਪ੍ਰੌਡਾਵਾਦ ਕਿਸ ਤਰ੍ਹਾਂ ਹੁੰਦਾ ਹੈ? ਪ੍ਰੌਡਾਵਾਦ ਹੁੰਦਾ ਹੈ ਜਿਹੜੀ ਬਾਜ਼ਾਰ ਵਿੱਚ ਜਾਂ ਲੋਕਾਂ ਵਿੱਚ ਗੱਲ ਪ੍ਰਚਲਿਤ ਹੁੰਦੀ ਹੈ, ਉਹ ਵਾਲਾ ਐਗਜ਼ਾਮਪਲ ਵਰਤਿਆ ਜਾਂਦਾ ਹੈ, ਪਰ ਉਸ ਐਗਜ਼ਾਮਪਲ ਦੇ ਪਿੱਛੇ ਆਪਣਾ ਇੱਕ ਕੀਮਤੀ ਸੁਨੇਹਾ ਹੁੰਦਾ ਹੈ ਜਿਹੜਾ ਦੇਣਾ ਹੁੰਦਾ ਹੈ। ਜੇ ਦੁਨਿਆਵੀ ਬੋਲੀ ਵਿੱਚ ਸਮਝਣਾ ਹੋਵੇ, ਮਾਂ ਕਹਿੰਦੀ ਹੈ ਮੇਰਾ ਬੱਚਾ ਚੰਨ ਵਰਗਾ, ਪਰ ਚੰਨ ਚੰਨ ਹੈ। ਮਾਂ ਦਰਅਸਲ ਲਾਡ ਵਿੱਚ ਬੱਚੇ ਦੀ ਸੁੰਦਰਤਾ ਨੂੰ ਬਿਆਨ ਕਰਦੀ ਪਈ ਹੈ, ਮੇਰਾ ਬੱਚਾ ਚੰਨ ਵਰਗਾ ਸੋਹਣਾ। ਚੰਨ ਨਹੀਂ ਹੈ ਉਸਦਾ ਬੱਚਾ। ਇਹ ਇੱਕ ਸਾਦਾ ਬੋਲੀ ਵਿੱਚ ਪ੍ਰਤੀਕ ਵਰਤਿਆ ਚੰਨ। ਗੱਲ ਦਰਅਸਲ ਮਾਂ ਕਹਿਣਾ ਚਾਹੁੰਦੀ ਹੈ ਸੁੰਦਰਤਾ। ਇੰਜ ਜਦੋਂ ਅਸੀਂ ਦੁਨਿਆਵੀ ਬੋਲੀ ਵਿੱਚ ਕੋਈ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਪ੍ਰੋਪਰਟੀ ਦੀ ਤੇ ਗੱਲ ਨਾ ਕਰੋ ਜੀ, ਪ੍ਰੋਪਰਟੀ ਲੈਣਾ ਬੜਾ ਔਖਾ ਹੈ। ਕਿਉਂ? ਇਹ ਪ੍ਰੋਪਰਟੀ ਨੂੰ ਅੱਗ ਲੱਗੀ ਹੋਈ ਹੈ। ਦਰਅਸਲ ਅੱਗ ਨਹੀਂ ਲੱਗੀ ਹੁੰਦੀ। ਦਰਅਸਲ ਕੀ ਹੁੰਦਾ ਹੈ, ਉਹਦਾ ਭਾਅ ਬਹੁਤ ਵੱਧ ਗਿਆ ਹੈ। ਜਾਂ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਭਾਅ ਅਸਮਾਨੇ ਚੜ੍ਹੇ ਹੋਏ ਨੇ। ਭਾਅ ਅਸਮਾਨ ਤੇ ਨਹੀਂ ਚੜ੍ਹਦੇ ਨੇ। ਜਿਹੜਾ ਇਹ ਢੰਗ ਹੁੰਦਾ ਨਾ ਗੱਲ ਕਰਨ ਦਾ, ਇਸ ਢੰਗ ਨੂੰ ਕਹਿੰਦੇ ਨੇ ਸਪੀਕਿੰਗ ਇਨ ਵਰਨੈਕੂਲਰ ਜਾਂ ਮੈਟਾਫਰਸ, ਜਾਂ ਉਹ ਵਾਲੀਆਂ ਗੱਲਾਂ ਵਰਤੀਆਂ ਜਾਂਦੀਆਂ। ਇਸ ਤਰ੍ਹਾਂ ਸਾਡੀ ਇੱਕ ਪੁਸਤਕ ਵੀ ਆਈ ਹੈ 100 ਅਖਾਣ ਦੀ। ਅਸੀਂ ਇੱਕ ਪੁਸਤਕ ਗੁਰਬਾਣੀ ਚੋਂ ਅਖਾਣ ਲੱਭੇ ਨੇ ਔਰ ਅਸੀਂ ਉਹਨਾਂ ਨੂੰ ਸਮਝਣ ਦਾ ਯਤਨ ਕੀਤਾ। 100 ਤੋਂ ਬਾਅਦ ਕੀ ਅਨੇਕਾਂ ਗੁਰਬਾਣੀ ਵਿੱਚ ਐਸੇ ਢੰਗ ਵਰਤੇ ਨੇ, ਲੇਕਿਨ ਉਹਨੇ ਪਹਿਲੀ ਸਾਡੀ ਪੁਸਤਕ ਆਈ ਹੈ 100 ਅਖਾਣ।
ਜਦੋਂ ਅਸੀਂ ਬਾਣੀ ਚੋਂ ਲੱਭਦੇ ਹਾਂ ਉਹਨਾਂ ਨੂੰ ਤੇ ਅਸੀਂ ਬੜੇ ਹੈਰਾਨ ਹੁੰਦੇ ਹਾਂ ਕਿ ਗੁਰੂ ਸਾਹਿਬ ਵਰਨੈਕੂਲਰ ਦੀ ਬੋਲੀ, ਜਿਸ ਨੂੰ ਮੈਂ ਪਹਿਲਾਂ ਬੋਲਿਆ ਪੰਜਾਬੀ ਵਿੱਚ, ਪ੍ਰੌಢਾਵਾਦ ਦਾ ਢੰਗ ਕਿਸ ਤਰ੍ਹਾਂ ਵਰਤਦੇ ਹਨ। ਪ੍ਰੌಢਾਵਾਦ ਸਾਨੂੰ ਸਭ ਨੂੰ ਸਮਝ ਆਉਂਦਾ ਹੈ ਸਾਡੇ ਜੀਵਨ ਵਿੱਚ ਜਦੋਂ ਅਸੀਂ ਕਾਮਨ ਸੈਂਸ ਲਗਾਉਂਦੇ ਹਾਂ। ਜਦੋਂ ਕਦੀ ਵੀ ਦੁਨੀਆ ਵਿੱਚ ਕਿਸੇ ਨੇ ਕਿਸੇ ਨੂੰ ਕਿਹਾ ਬੱਚੇ ਨੂੰ ਉਬਾਲ ਕੇ ਦੁੱਧ ਦੇਣਾ ਚਾਹੀਦਾ ਹੈ, ਤਾਂ ਦੁਨੀਆ ਦੀ ਹਰ ਮਾਂ, ਭਾਵੇਂ ਉਹ ਧਰਮ ਜਾਣਦੀ ਹੈ ਕਿ ਨਹੀਂ, ਭਾਵੇਂ ਉਹ ਕੋਈ ਬੋਲੀ, ਭਾਵੇਂ ਉਹ ਕੋਈ ਡਿਗਰੀ ਪੜ੍ਹੀ ਹੋਈ ਹੈ ਕਿ ਨਹੀਂ, ਕਾਮਨ ਸੈਂਸ ਨਾਲ ਉਹਨੂੰ ਸਮਝ ਆਉਂਦਾ ਹੈ ਮੈਨੂੰ ਦੁੱਧ ਉਬਾਲਣਾ ਹੈ ਔਰ ਬੱਚੇ ਨੂੰ ਦੇਣਾ ਹੈ। ਜੇ ਸੈਂਟੈਂਸ ਵਰਤਿਆ ਗਿਆ ਬੱਚੇ ਨੂੰ ਉਬਾਲ ਕੇ ਦੁੱਧ ਦੇਣਾ ਚਾਹੀਦਾ, ਕੋਈ ਵੀ ਮਾਂ ਬੱਚੇ ਨੂੰ ਨਹੀਂ ਉਬਾਲਦੀ ਹੈ। ਹਰ ਮਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਉਬਾਲਣ ਦੀ ਗੱਲ ਦਾ ਤਾਲੁਕ ਦੁੱਧ ਦੇ ਨਾਲ ਹੈ, ਬੱਚੇ ਦੇ ਨਾਲ ਨਹੀਂ। ਇਸ ਤਰ੍ਹਾਂ ਜੇ ਅਸੀਂ ਬੜੇ ਆਰਾਮ ਨਾਲ ਬਾਣੀ ਪੜ੍ਹੀਏ, ਸਾਡੇ ਪੱਲੇ ਅਰਥ ਪੈਂਦੇ ਜਾਂਦੇ ਨੇ। ਗੁਰਬਾਣੀ ਸੰਸਕ੍ਰਿਤ ਨਹੀਂ ਹੈ, ਹਿਬਰੂ ਨਹੀਂ ਹੈ, ਫਾਰਸੀ ਨਹੀਂ ਹੈ, ਪਸ਼ਤੋ ਨਹੀਂ ਹੈ। ਗੁਰਬਾਣੀ ਬਹੁਤ ਸੌਖੇ ਸਾਦੇ ਢੰਗ ਨਾਲ ਵਰਤੀ ਗਈ ਹੈ, ਬਸ਼ਰਤੇ ਕਿ ਅਸੀਂ ਗੁਰਬਾਣੀ 'ਚੋਂ ਉਹਦੇ ਅਰਥ ਸਮਝਣਾ ਚਾਹੁੰਦੇ ਹੋਈਏ। ਔਰ ਜੇਕਰ ਅਸੀਂ ਠੀਕ ਤਰੀਕੇ ਨਾਲ ਵਿਸ਼ਰਾਮ ਲਗਾਈਏ, ਜਿਸ ਨੂੰ ਕਹਿੰਦੇ ਨੇ ਪੌਜ਼ ਜਾਂ ਕੌਮਾ ਲਗਾਉਣਾ, ਜੇ ਉਚਾਰਨ ਅਸੀਂ ਠੀਕ ਨਹੀਂ ਕਰਦੇ ਤਾਂ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਨੇ। ਜਿਵੇਂ ਕਿ ਬਾਣੀ ਚਾਹੁੰਦਾ ਹੈ, ਅਸੀਂ ਉਹਨਾਂ ਨੂੰ ਨਹੀਂ ਸਮਝਿਆ ਤਾਂ ਦੁਨਿਆਵੀ ਤੌਰ ਤੇ ਗੱਲ ਕਰਕੇ ਵੇਖੀਏ। ਆਮ ਬੰਦਾ ਕਹਿੰਦਾ ਗੁਰਬਾਣੀ ਦੀ ਵਿਆਕਰਣ ਪੜ੍ਹਨਾ ਜੀ ਚੁੰਝ ਗਿਆਨ ਹੈ, ਜਦਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਹੋ ਗਈ ਇਸੀ ਗੱਲ ਕਰਕੇ ਕਿ ਉਹਨਾਂ ਨੇ ਸਾਰੀ ਦੁਨੀਆ ਦੇ ਸਾਹਮਣੇ ਇੱਕ ਯੂਨੀਵਰਸਲ ਟਰੁੱਥ ਦਾ ਇੱਕ ਗ੍ਰੰਥ ਤਿਆਰ ਕੀਤਾ। ਸਾਰੀ ਦੁਨੀਆ ਦੇ ਸਾਹਮਣੇ ਸਾਰੇ ਮਜ਼ਹਬਾਂ ਦਾ ਇੱਕ ਮਜ਼ਹਬ, ਜਿਸ ਨੂੰ ਕਹਿੰਦੇ ਨੇ ਏਕੋ ਧਰਮ ਦ੍ਰਿੜੈ ਸੱਚ ਕੋਈ। ਦੁਨੀਆ ਵਿੱਚ ਸੋ ਕਾਲਡ ਰਿਲੀਜਨ ਦੀ ਡੈਫੀਨੇਸ਼ਨ ਹੈ ਕੋਈ ਖਾਸ ਡਿਸਿਪਲਿਨ ਦਾ, ਕੋਈ ਖਾਸ ਇੱਕ ਮਿਡਲਮੈਨ ਦਾ ਕਿਸੇ ਖਾਸ ਧਾਰਮਿਕ ਸਥਾਨ ਤੇ ਜਾ ਕੇ, ਕਿਸੇ ਖਾਸ ਤੀਰਥ ਤੇ ਜਾ ਕੇ ਕੁਝ ਨਿਯਮਾਂ ਦਾ ਪਾਲਨ ਕਰਨਾ ਆਰਗੇਨਾਈਜ਼ਡ ਰਿਲੀਜਨ ਕਹਿਲਾਉਂਦਾ ਹੈ। ਇਹ ਡਿਕਸ਼ਨਰੀ ਦੀ ਡੈਫੀਨੇਸ਼ਨ ਹੈ ਰਿਲੀਜਨ ਦੀ। ਉਹ ਸਾਰਿਆਂ ਨੂੰ ਜਦੋਂ ਅਸੀਂ ਕਾਊਂਟ ਕਰਦੇ ਹਾਂ ਉਹਦੇ ਵਿੱਚ ਆਉਂਦਾ ਹਿੰਦੂ, ਮੁਸਲਮਾਨ, ਜੈਨੀ, ਬੋਧੀ, ਕ੍ਰਿਸਚਨ, ਜਿਊਸ਼, ਇਹ ਸਾਰੇ ਮਜ਼ਹਬਾਂ ਦੀ ਲਿਸਟ ਆਉਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਮਜ਼ਹਬ ਵੱਖਰੇ ਵੱਖਰੇ ਹੋ ਸਕਦੇ ਹੋਣਗੇ, ਉਹਨਾਂ ਦੀਆਂ ਫਿਲਾਸਫੀਆਂ ਵੱਖਰੀਆਂ ਹੁੰਦੀਆਂ ਹੋਣਗੀਆਂ, ਪਰ ਸਾਰੇ ਮਨੁੱਖਾਂ ਦੇ ਅੰਦਰ ਰੱਬ ਇੱਕ ਰਹਿੰਦਾ ਹੈ ਤੇ ਰੱਬ ਇੱਕ ਦੇ ਮੁਤਾਬਕ ਸਾਰੀ ਦੁਨੀਆ ਦਾ ਧਰਮ ਵੀ ਇੱਕੋ ਹੀ ਹੁੰਦਾ ਹੈ। ਉਹਨੂੰ ਕਹਿੰਦੇ ਨੇ ਏਕੋ ਧਰਮ ਦ੍ਰਿੜੈ ਸੱਚ ਕੋਈ। ਹਰ ਕਿਸੇ ਦੇ ਅੰਦਰ ਵਸਦਾ ਰੱਬ ਹੈ। ਆਪਣੇ ਅੰਦਰ ਦੇ ਰੱਬ ਦੀ ਗੱਲ ਨੂੰ ਸੁਣ ਕੇ ਉਸ ਅਨੁਸਾਰ ਜਦੋਂ ਅਸੀਂ ਜੀਣ ਲੱਗਦੇ ਹਾਂ ਤਾਂ ਅਸਲੀ ਧਰਮ ਦੇ ਅਨੁਸਾਰ ਜੀਣਾ ਕਹਿਲਾਉਂਦਾ ਹੈ। ਅੰਦਰ ਦੀ ਗੱਲ ਨੂੰ ਸੁਣਨਾ, ਅੰਦਰ ਦੇ ਰੱਬ ਦੀ ਗੱਲ ਨੂੰ ਸੁਣਨਾ, ਉਹਨੂੰ ਕਹਿੰਦੇ ਨੇ ਜ਼ਮੀਰ ਦੀ, ਕੌਨਸ਼ੀਅੰਸ ਦੀ, ਵਿਲ ਦੀ ਆਵਾਜ਼ ਨੂੰ ਸੁਣਨਾ। ਸਾਡੇ ਸਭ ਦੇ ਅੰਦਰ ਰੱਬ ਜੀ ਵਸਦੇ ਨੇ। ਰੱਬ ਜੀ, ਖੁਦਾ ਜੀ, ਵਾਹਿਗੁਰੂ ਜੀ, ਅੱਲਾ ਜੀ, ਗੋਡ ਜੀ, ਖੁਦਾ ਜੀ। ਔਰ ਤਾਂ ਹੀ ਬਾਣੀ ਵਿੱਚ ਕਿਹਾ ਮੇਰੇ ਰਾਮ, ਮੇਰੇ ਰਾਮ ਮਤਲਬ ਮੇਰੇ ਅੰਦਰ ਵਸਦਾ ਰੱਬ, ਮੇਰਾ ਸਤਿਗੁਰ, ਮੇਰੇ ਅੰਦਰ ਵਸਦਾ ਸਤਿਗੁਰੂ ਰੱਬ, ਖੁਦਾਈ ਪੈਗਾਮ, ਮੇਰੇ ਅੰਦਰ ਵਸਦੇ ਖੁਦਾ ਜੀ ਦਾ ਸੁਨਿਆ, ਧੁਰ ਕੀ ਬਾਣੀ, ਮੇਰੇ ਅੰਦਰ ਵਸਦੇ ਰੱਬ ਜੀ ਦਾ ਜਿਹੜਾ ਸੁਣਿਆ ਉਸਨੂੰ ਧੁਰ ਕੀ ਬਾਣੀ ਕਹਿੰਦੇ ਨੇ। ਜਦੋਂ ਅੰਦਰ ਦੀ ਗੱਲ ਸੁਣ ਲਈਏ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਮਨੁੱਖ ਦੀ ਚਿੰਤਾ, ਵਰੀ, ਡਰ, ਤੌਖਲਾ, ਫਿਕਰ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਬਾਣੀ ਦੇ ਅਰਥ ਬਾਣੀ 'ਚੋਂ ਲੱਭਣ ਨਾਲ ਸਾਨੂੰ ਸੱਚ ਸਮਝ ਆਉਂਦਾ ਹੈ।
लेकिन बाणी का ढंग बनतर का जिहड़ा है साडा फर्ज बनता है कि असीं उसनूं पढ़ीए, असीं उसनूं समझीए। सानूं एक भुलेखा पैंदा है। भुलेखा की पैंदा है? फर्ज करो दुनिया विच बड़ी देर तो प्रचलित चल रहा है कि जिहड़ा विचोला सी धर्मां दा, मजहबां दा, पंडित या काजी, जेकर वो सच्चा जीवन नहीं जींदा सी, लोकां नूं पैसे लैके गुमराह कर दिंदा सी, तां असीं ये कहना शुरू कर दिता उन्हां तो तां मैं चंगा हाँ भावें मैं गुरुद्वारे नहीं जांदा, उन्हां तो मैं चंगा हाँ भावें मैं बाणी नहीं पढ़दा, उन्हां ने देखो बाणी पढ़ी तां हेरा फेरी की। पर बाणी नहीं सिखाती हेरा फेरी, लेकिन मेरा नुकसान हो गया कि मैं पढ़ी ही नहीं। मैं क्यों नहीं पढ़ी? क्योंकि एक मनुख हेरा फेरी कर गया सी। बाणी मेरे सतगुर पातशाह दी है, मैनू आप पढ़ के समझनी चाहिए है, सब्जेक्ट टू अदर्स नहीं है। दूजे जे सीधे राह टुरन तां मैं बाणी पढ़नी है, या दूजे पुठे राह टुरन तक ही मैं बाणी नहीं पढ़नी है। लोकां मुताबक नहीं है। कहण तो भाव यह होया कि सानू बाणी खुद खोजनी चाहिए। ਉਹਦੇ ਨਾਲ ਸਾਡਾ ਇੱਕ ਭੁਲੇਖਾ ਲੱਥ ਜਾਏਗਾ। ਉਹ ਇਹ ਕਿ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਜੀ ਕਿਹਦੀ ਮੰਨੀਏ, ਇੱਕ ਇਹ ਕਹਿੰਦਾ ਹੈ, ਇੱਕ ਇਹ ਕਹਿੰਦਾ ਹੈ। ਇੱਕ ਪ੍ਰਚਾਰਕ ਆ ਕੇ ਇਹ ਕਹਿ ਦਿੰਦਾ, ਦੂਜਾ ਪ੍ਰਚਾਰਕ ਇਹ ਕਹਿੰਦਾ ਜੀ ਇੱਕ ਨੇ ਇਹ ਕਿਤਾਬ ਵਿੱਚ ਲਿਖਿਆ, ਦੂਜੇ ਨੇ ਉਹ ਲਿਖਿਆ, ਕਿਹਦੀ ਮੰਨੀਏ? ਸਾਧ ਸੰਗਤ ਜੀ ਕਿਸੇ ਦੀ ਨਾ ਮੰਨੀਏ। ਸਾਡਾ ਫਰਜ਼ ਬਣਦਾ ਹੈ ਅਸੀਂ ਆਪ ਬਾਣੀ ਖੋਜੀਏ। पर बाणी चों जेकर असी प्रौढ़ावाद का ढंग लभ लईए कि गुरु साहब गल किवें करते हैं। हुण मैं एग्जाम्पल वरनैकुलर मैटाफर्स की कीती, हुण असी अपनी लैंग्वेज नूं गुरु साहब की लैंग्वेज दे नाल चैक करके वेखीए। दुनिया अन्ना उसनूं कहंदी है जिस इंसान दियां अखां दे नाल वो देख नहीं सकता। फिर those who don't have their eyes on their face or they cannot make out by their biological eyes, ਉਹਨਾਂ ਨੂੰ ਦੁਨੀਆ ਅੰਨਾ ਕਹਿੰਦੀ ਹੈ, ਮੈਡੀਕਲ ਟਰਮਸ ਵਿੱਚ ਵੀ ਔਰ ਕਾਮਨ ਸੈਂਸ ਵਿੱਚ ਵੀ, ਕਾਮਨ ਲੈਂਗੁਏਜ ਵਿੱਚ। ਹੁਣ ਗੁਰੂ ਪਾਤਸ਼ਾਹ ਕੋਲੋਂ ਪੁੱਛਦੇ ਆ, ਗੁਰੂ ਪਾਤਸ਼ਾਹ ਕਹਿੰਦੇ ਨੇ ਅੰਨੇ ਸੇ ਨਾ ਆਖੀ ਹੈ ਜਿਨ ਮੁਖ ਲੋਇਣ ਨਾਏ। ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਜਿਨ੍ਹਾਂ ਦੀਆਂ ਅੱਖਾਂ ਨਹੀਂ। They are not blinds। देखिया कितना फर्क है साडी बोली दा और गुरु पातशाह जी दी बोली दा। अन्ने से ना आखियां जिन मुख लोए नाए। हुण गुरु पातशाह अच्छा फिर तुसी अन्ना किन्नू कहंदे हो? गुरु साहब कहंदे ने अन्ने से ही नानका खसमों कुत्थे जाए जो सच तो परे रहंदे हन, सच दे मार्ग तो भटके रहंदे ने, सच दे मार्ग नू अडॉप्ट नहीं करदे ने, ਉਹ ਅੰਨੇ ਹੁੰਦੇ ਨੇ। ਭਾਵੇਂ ਉਹਨਾਂ ਨੂੰ ਇਹਨਾਂ ਅੱਖਾਂ ਨਾਲ ਨਜ਼ਰ ਆ ਰਿਹਾ ਹੋਵੇ। ਇਹਦਾ ਮਤਲਬ ਗੁਰੂ ਪਾਤਸ਼ਾਹ ਜੀ ਦੀ ਨਜ਼ਰਾਂ ਵਿੱਚ ਜਿਸ ਨੂੰ ਮਨ ਕਰਕੇ ਵੇਖਣਾ ਨਹੀਂ ਆਉਂਦਾ ਉਹ ਅੰਨਾ ਹੁੰਦਾ ਹੈ। ਸਾਡੇ ਸਮਾਜ ਵਿੱਚ ਵਿਮਨ ਨੂੰ ਡਾਉਰੀ ਦੇ ਨਾਂ ਹੇਠਾਂ ਸਾੜਿਆ ਜਾਂਦਾ ਹੈ। ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਉਹ ਅੱਜ ਵੀ ਆਪਣੀ ਨੂੰਹ ਨੂੰ ਲਿਆ ਕੇ ਦਾਜ ਦੇ ਨਾਂ ਹੇਠਾਂ ਤੰਗ ਕਰਦੇ ਨੇ, ਉਹ ਅੰਨੇ ਨੇ। ਜਦੋਂ ਅਸੀਂ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਪੈਸੇ ਵਾਲਾ ਅੰਨਾ ਬੋਲਾ ਹੁੰਦਾ ਹੈ। ਮਾਇਆ ਧਾਰੀ ਦਾ ਮਤਲਬ ਹੁੰਦਾ ਹੈ ਜਿਸ ਕਿਸੇ ਦਾ ਮਨ ਸੱਚ ਸੁਣਦਾ ਨਹੀਂ ਹੈ, ਸੱਚ ਦੇਖਦਾ ਨਹੀਂ ਹੈ, सच सुनना चाहता नहीं है, सच देखना चाहता नहीं है, ਉਹਨੂੰ ਮਾਇਆਧਾਰੀ ਕਹਿੰਦੇ ਨੇ। ਤੇ ਉਹ ਅੰਨਾ ਤੇ ਬੋਲਾ ਹੁੰਦਾ ਹੈ। ਆਪਣੇ ਅੰਦਰ ਦੀ ਆਵਾਜ਼ ਨੂੰ ਨਾ ਸੁਣਨਾ ਔਰ ਸਮਾਜ ਵਿੱਚ ਜਿਹੜਾ ਬੁਰਾਈਆਂ ਹੋ ਰਹੀਆਂ ਉਹਨਾਂ ਨੂੰ ਨਾ ਵੇਖਣਾ ਤੇ ਨਾ ਉਹਨਾਂ ਦੇ ਬਾਰੇ ਆਵਾਜ਼ ਉਠਾਣੀ। ਅੰਨਾ ਬੋਲਾ। ਗੁਰਬਾਣੀ ਦੇ ਅਰਥ ਅਸੀਂ ਗੁਰਬਾਣੀ 'ਚ ਸਮਝਾਂਗੇ।
ਲੇਕਿਨ ਜੇ ਅਸੀਂ ਵਿਸ਼ਰਾਮ ਠੀਕ ਨਹੀਂ ਲਾਉਂਦੇ, ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ, ਪੌਜ਼ ਠੀਕ ਢੰਗ ਨਾਲ ਨਹੀਂ ਦਿੰਦੇ, ਦੁਨਿਆਵੀ ਤੌਰ ਤੇ ਇੱਕ ਅਨਪੜ੍ਹ ਇਨਸਾਨ ਚੌਕੀਦਾਰ ਬੂਹੇ ਤੇ ਖੜਾ ਹੈ, ਇੱਕ ਬੰਦਾ ਇੱਥੋਂ ਉੱਠ ਕੇ ਗਿਆ, ਫਰਜ਼ ਕਰੋ ਮੈਂ ਉਹਦਾ ਨਾਂ ਰੱਖਦਾ ਹਾਂ ਮੋਹਨ, ਮੈਂ ਚੌਕੀਦਾਰ ਨੂੰ ਕਹਿ ਰਿਹਾ ਮੋਹਨ ਨੇ ਬਾਹਰ ਜਾਣਾ ਹੈ, ਮੋਹਨ ਉੱਠ ਕੇ ਬਾਹਰ ਜਾ ਰਿਹਾ, ਮੈਂ ਚੌਕੀਦਾਰ ਨੂੰ ਕਹਿ ਰਿਹਾ ਰੋਕੋ ਮਤ, ਜਾਣੇ ਦੋ। ਉਹ ਬੰਦਾ ਮੋਹਨ ਚਲਾ ਗਿਆ, मैं उठ के चौकीदार को गया और मैं चौकीदार ने कहा तुमने मोहन को जाने क्यों दिया? चौकीदार अनपढ़, कोई दुनिया की कोई पढ़ाई नहीं की हुई, वो मनु ग्रामर पढ़ाएगा, कॉमन सेंस की ग्रामर। वो मनु कहेगा अगर तुसी मोहन नूं रुकवाना चाहते सी तां तुहानूं उच्चा बोलना चाहिए सी, रोको मत जाने दो, तो मैं उन्होंने ना जान देता, सेंटेंस हुई हो है, पर मैं उच्चारण किया रोको मत जाने दो। चौकीदार नूं भुलेखा पै गया, चौकीदार मेरी इंटेंशन नहीं समझ सकिया। उच्चारण कौमा विश्राम पॉज ठीक तरीके नाल नहीं लगाण दे कारण इस तरह जदों असीं गुरबाणी पढ़दे हां, ਜਦੋਂ ਅਸੀਂ ਪੜ੍ਹਦੇ ਹਾਂ ਸੁਚ ਹੋਵੇ ਤਾਂ ਸੱਚ ਪਾਈ ਹੈ, ਤਾਂ ਸਾਨੂੰ ਸਮਝਣਾ ਪਏਗਾ ਕੌਮਾ ਮੈਨੂੰ ਕਿੱਥੇ ਲਾਣਾ ਹੈ। ਗੁਰੂ ਪਾਤਸ਼ਾਹ ਬਾਹਰਲੀ ਸੁਚਮਤਾ ਨੂੰ ਮੰਨਦੇ ਨਹੀਂ ਨੇ, ਸੋਚਿਆ ਸੋਚ ਨਾ ਹੋਈ ਜੇ ਸੋਚੀ ਲਖਵਾਰ, ਇਸ ਤਰ੍ਹਾਂ ਸੁਚਮਤਾ ਨਹੀਂ ਹੁੰਦੀ। ਗੁਰਬਾਣੀ ਦਾ ਫਰਮਾਨ ਹੈ ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਤੋਂ, ਜਿਹੜੇ ਬਾਹਰੋਂ ਨਹਾਉਂਦੇ ਨੇ ਉਹਨਾਂ ਦੇ ਪਿੰਡੇ ਧੋਣ ਨੂੰ ਸੁਚਮਤਾ ਨਹੀਂ ਕਹਿੰਦੇ ਨੇ। ਤਾਂ ਗੁਰਬਾਣੀ ਦੇ ਸਾਰੇ ਪ੍ਰਿੰਸੀਪਲਸ ਦੇ ਮੁਤਾਬਕ ਮੈਨੂੰ ਉਹਦੇ ਤੇ ਪੌਜ਼ ਲਗਾਉਣਾ ਹੈ। ਸੁਚ ਹੋਵੇ ਤਾਂ, ਤੇਰੀ ਸੁਚਮਤਾ ਤਾਂ ਹੁੰਦੀ ਹੈ ਜਦੋਂ ਤੂੰ ਸੱਚ ਲੈ ਲਵੇਂ। ਸੁਚ ਹੋਵੇ ਤਾਂ, then and only then ਤੇਰੀ ਸੁਚ ਤਾਂ ਹੋਏਗੀ, ਕਦੋਂ ਹੋਏਗੀ? ਸੱਚ ਪਾਈ ਹੈ, ਜਦੋਂ ਸੱਚ ਲੈ ਲਈਦਾ। ਜਿਹੜੇ ਸੱਚ ਨਹੀਂ ਲੈਂਦੇ ਨੇ ਬਾਹਰਲੀ ਸੁਚਮਤਾ ਵਿੱਚ ਪੈ ਜਾਂਦੇ ਨੇ, ਉਹ ਆਪਣੇ ਹੱਥ ਪੈਰ ਧੋਂਦੇ ਰਹਿੰਦੇ ਨੇ, ਨਲਕੇ ਨੂੰ ਸਵਾਹ ਨਾਲ ਮਾਂਜਦੇ ਰਹਿੰਦੇ ਨੇ, ਔਰ ਬਾਹਰਲੇ ਤੇਰੇ ਮੇਰੇ ਕਿਸੇ ਨੂੰ ਟੱਚ ਕਰਨ ਦੀ ਸੁੱਚ ਪਿੱਟ ਵਿੱਚ, ਅਨਟਚੇਬਿਲਿਟੀ ਵਿੱਚ, ਔਰ ਆਪਣੇ ਆਪ ਨੂੰ ਪਵਿੱਤਰ ਸਮਝਣ ਦੇ ਭਰਮ ਵਿੱਚ ਪੈ ਜਾਂਦੇ ਨੇ। ਗੁਰੂ ਪਾਤਸ਼ਾਹ ਕਹਿ ਰਹੇ ਨੇ ਸੁੱਚ ਹੋਵੇ ਤਾਂ, ਤੇਰੀ ਸੁਚਮਤਾ ਤਾਂ ਹੋਏਗੀ ਜਦੋਂ ਤੂੰ ਸੱਚ ਨਾਲ ਜੁੜੇਗਾ। ਸੁੱਚ ਹੋਵੇ ਤਾਂ ਕਦੋਂ? ਸੱਚ ਪਾਈਏ ਤਾਂ ਸੁਚਮਤਾ ਹੋਏਗੀ। ਇਹਦਾ ਮਤਲਬ ਅਸੀਂ ਜਦੋਂ ਕਈ ਜਗ੍ਹਾ ਦੇਖਣ ਨੂੰ ਮਿਲਦਾ ਹੈ ਲੋਕੀ ਨਿਸ਼ਾਨ ਸਾਹਿਬ ਦੇ ਥੜੇ ਸੁੱਚੇ ਕਰਦੇ ਰਹਿੰਦੇ ਨੇ, ਦੁੱਧ ਨਾਲ ਧੋਂਦੇ ਰਹਿੰਦੇ ਨੇ। ਤੁਸੀਂ ਵੀ ਕਈ ਜਗ੍ਹਾ ਦੇਖਿਆ ਹੋਣਾ। ਗੁਰਬਾਣੀ ਇਸ ਨੂੰ ਮੰਨਦੀ ਨਹੀਂ ਹੈ, ਪਰ ਅਸੀਂ ਥੜੇ ਧੋਂਦੇ ਰਹਿੰਦੇ ਹਾਂ, ਦੁੱਧ ਦੇ ਨਾਲ ਥੜੇ ਧੋਂਦੇ ਰਹਿੰਦੇ ਹਾਂ, ਜਦਕਿ ਇਸ ਦੁੱਧ ਦੇ ਨਾਲ ਥੜੇ ਧੋਣ ਦੀ ਬਜਾਏ 10 ਗਰੀਬ ਬੱਚਿਆਂ ਨੂੰ ਅਸੀਂ ਦੁੱਧ ਪਿਲਾ ਸਕਦੇ ਹਾਂ, ਉਹਨਾਂ ਦਾ ਢਿੱਡ ਭਰ ਸਕਦੇ ਹਾਂ, ਪਰ ਸਾਨੂੰ ਭੁਲੇਖਾ ਹੁੰਦਾ ਹੈ। ਕਈ ਜਗ੍ਹਾ ਪਾਠ ਰੱਖੇ ਜਾਂਦੇ ਨੇ, ਜੋਤਾਂ ਬਾਲੀਆਂ ਜਾਂਦੀਆਂ, ਔਰ ਜੋਤਾਂ ਦੇ ਵਿਚਕਾਰ ਦੇਸੀ ਘਿਓ ਨਿਰੰਤਰ 48 ਆਵਰਸ ਪਾਉਂਦੇ ਰਹਿੰਦੇ ਨੇ। ਗੁਰਮਤ ਇਸ ਨੂੰ ਨਹੀਂ ਮੰਨਦੀ। ਹੁਣ ਗੁਰਬਾਣੀ ਕਹਿੰਦੀ ਹੈ ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਿਆਰ। ਤੂੰ ਐਸੇ ਬਾਹਰਲੇ 100 ਦੀਵੇ ਜਗਦੇ ਹੋ, 100 ਚੰਦਰਮੇ ਚੜੇ ਹੋਣ, ਹਜ਼ਾਰਾਂ ਸੂਰਜ ਚੜੇ ਹੋਣ, ਉਹਨਾਂ ਦੀ ਲਾਈਟ ਵੀ ਤੇਰੇ ਵਾਸਤੇ ਕੁਛ ਨਹੀਂ ਹੈ ਜਦੋਂ ਤੱਕ ਤੇਰੇ ਮਨ ਦੇ ਅੰਦਰ ਹਨੇਰਾ ਹੈ। ਜਿਹੜੇ ਲੋਕੀ ਮਨ ਦਾ ਹਨੇਰਾ ਦੂਰ ਕਰਨਾ ਚਾਹੁੰਦੇ ਨੇ ਉਹ ਅੰਦਰ ਦੀਪਕ ਬਾਲਦੇ ਨੇ, ਉਹ ਅੰਦਰ ਜੋਤ ਬਾਲਦੇ ਨੇ। ਉਹ ਬਾਹਰ ਗਰੀਬਾਂ ਦੇ ਮੂੰਹ 'ਚੋਂ ਰੋਟੀ ਕੱਢ ਕੇ ਗਰੀਬਾਂ ਨੂੰ ਪਾਣੀ ਵੀ ਨਾ ਕੁੱਟ ਪੁੱਛਣਾ ਤੇ ਜਾ ਜਾ ਕੇ ਦੇਸੀ ਘਿਓ ਦੀਆਂ ਜੋਤਾਂ ਨਹੀਂ ਬਾਲਦੇ ਨੇ। ਇਹ ਗੱਲਾਂ ਅਸੀਂ ਬਾਣੀ 'ਚੋਂ ਸਿੱਖਦੇ ਹਾਂ ਕਿ ਮੈਨੂੰ ਕਰਨਾ ਕੀ ਹੈ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀਏ ਅਕਲੀ ਕੀਚੇ ਦਾਨ। ਅਸੀਂ ਅਕਲ ਦੇ ਨਾਲ ਭਾਵ ਕਾਮਨ ਸੈਂਸ ਦੇ ਨਾਲ ਸਾਨੂੰ ਕਰਨਾ ਚਾਹੀਦਾ ਹੈ।
ਅੱਜ ਦੁਨੀਆ ਦੇ ਗੁਰਦੁਆਰਿਆਂ ਦੇ ਵਿਚਕਾਰ ਅਨਾਉਂਸਮੈਂਟ ਕੀਤੀ ਜਾਂਦੀ ਹੈ, ਸਾਧ ਸੰਗਤ ਜੀ ਰੁਮਾਲਾ ਹੋਰ ਨਾ ਚੜਾਓ, ਸਾਡੇ ਗੁਰਦੁਆਰੇ ਦੀਆਂ ਅਲਮਾਰੀਆਂ ਵਿੱਚ ਰੁਮਾਲੇ ਰੱਖਣ ਦੀ ਜਗ੍ਹਾ ਨਹੀਂ ਹੈ। ਪਰ ਲੋਕੀ ਨਿਰੰਤਰ ਰੁਮਾਲੇ ਚੜਾਈ ਜਾਣਗੇ ਔਰ ਫਿਰ ਨਾਲ ਲੋਕੀ ਕਹੀ ਜਾਣਗੇ ਗਰੀਬ ਰੱਬ ਨੇ ਬਣਾਇਆ ਹੈ। ਰੱਬ ਜੀ ਨੇ ਨਹੀਂ ਬਣਾਇਆ ਗਰੀਬ। ਅਸੀਂ ਰੁਮਾਲੇ ਦੇ ਬਦਲੇ 50 ਗਰੀਬਾਂ ਨੂੰ ਜੇ ਅਸੀਂ ਕੰਬਲ ਲੈ ਕੇ ਦਈਏ, ਉਹ ਸਰਦੀ ਦੇ ਨਾਲ ਠੰਡ ਨਾਲ ਮਰਨਗੇ ਨਹੀਂ। ਪਰ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ, ਜਦ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਇਹ ਸਿੱਖਦੇ ਪਏ ਹਾਂ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲਣ ਤਿੱਥੇ ਨਦਰ ਤੇਰੀ ਬਖਸ਼ੀਸ਼। ਸਾਡਾ ਤੇ ਕੰਮ ਹੈ ਕਿ ਅਸੀਂ ਵੰਡ ਛਕਣਾ ਕਰਦੇ ਹਾਂ, ਅਸੀਂ ਮਲਕ ਭਾਗੋ ਦੇ ਵੱਡੇ ਭਾਈ ਲਾਲੋ ਬਣਦੇ ਹਾਂ, ਤਾਂ ਇਸ ਤਰ੍ਹਾਂ ਲੋੜਵੰਦਾਂ ਦੀ ਬਾਂਹ ਫੜਦੇ ਹਾਂ। ਜਦੋਂ ਲੋੜਵੰਦਾਂ ਦੀ ਬਾਂਹ ਫੜਦੇ ਹਾਂ ਤਾਂ ਅਮੀਰ ਗਰੀਬ ਕੋਈ ਨਹੀਂ ਰਹਿੰਦਾ। ਉਸ ਅਵਸਥਾ ਵਿੱਚ ਅਸੀਂ ਵੰਡ ਛਕਣਾ ਸਿੱਖ ਜਾਂਦੇ ਹਾਂ ਔਰ ਵੰਡ ਛਕਣਾ ਸਿੱਖਣ ਨਾਲ ਅਮੀਰ ਗਰੀਬ ਊਚ ਨੀਚ ਦਾ ਭੇਦਭਾਵ ਖਤਮ ਹੋ ਜਾਂਦਾ ਹੈ, ਇਕੁਐਲਿਟੀ ਸ਼ੁਰੂ ਹੋ ਜਾਂਦੀ ਹੈ। ਪਰ ਅਸੀਂ ਉਹ ਕਰਮ ਕਰਦੇ ਨਹੀਂ, ਕਿਉਂਕਿ ਸਾਨੂੰ ਭੁਲੇਖਾ ਹੈ ਅਮੀਰ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਅਮੀਰ ਹੈ ਤੇ ਗਰੀਬ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਗਰੀਬ ਹੈ। ਇਸ ਕਰਕੇ ਕੀ ਹੁੰਦਾ ਹੈ, ਧਾਰਮਿਕ ਸਥਾਨ ਸੰਗਮਰਮਰ ਦੇ, ਸੋਨੇ ਦੇ ਉੱਚੇ ਉੱਚੇ ਬਣ ਜਾਂਦੇ ਨੇ ਔਰ ਗਰੀਬ ਦੀ ਝੁੱਗੀ ਵੀ ਨਹੀਂ ਬਣ ਪਾਉਂਦੀ ਹੈ। ਕਿਉਂ? ਕਿਉਂਕਿ ਅਮੀਰ ਨੂੰ ਭੁਲੇਖਾ ਹੈ ਮੈਂ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਅਮੀਰ ਬਣਿਆ ਹਾਂ ਤੇ ਮੈਨੂੰ ਧਾਰਮਿਕ ਸਥਾਨ ਤੇ ਹੋਰ ਰਿਸ਼ਵਤ ਦੇਣੀ ਚਾਹੀਦੀ ਹੈ ਤਾਂ ਕਿ ਮੇਰੀ ਅਗਲੀਆਂ 7 ਪੁਸ਼ਤਾਂ ਵੀ ਅਮੀਰੀ ਚੱਲਦੀ ਰਹੇ। ਬਲਕਿ ਗਰੀਬ ਨੂੰ ਵੀ ਇਹ ਭੁਲੇਖਾ ਪੈ ਜਾਂਦਾ ਕਿ ਮੈਂ ਅਮੀਰ ਤਾਂ ਬਣ ਸਕਦਾ ਹਾਂ ਜੇ ਇਸ ਅਮੀਰ ਵਾਂਗੂ ਮੈਂ ਵੀ ਆਪਣੇ ਬੱਚੇ ਦੇ ਮੂੰਹ ਚੋਂ ਮਸਾ ਮਸਾ 1 ਟਕਾ ਕਮਾਇਆ, ਉਹ ਵੀ ਟਕਾ ਕਮਾ ਕੇ ਮੈਂ ਇੱਥੇ ਚੋਲਾ ਚੜਾ ਜਾਵਾਂ, ਇੱਥੇ ਪ੍ਰਸ਼ਾਦ ਕਰਾ ਜਾਵਾਂ, ਇੱਥੇ ਮਾਰਬਲ ਔਰ ਸੋਨਾ ਲਗਵਾ ਜਾਵਾਂ। ਇਸ ਕਰਕੇ ਇਹ ਮਲਕ ਭਾਗੋ ਵਾਲਾ ਪਾਖੰਡ ਧਾਰਮਿਕ ਸਥਾਨਾਂ ਤੇ ਚੱਲਦਾ ਰਹਿੰਦਾ। ਅਸੀਂ ਕਿਤਨੇ ਭੁਲੇਖਿਆਂ ਵਿੱਚ ਫਸਦੇ ਜਾ ਰਹੇ ਹਾਂ, ਜਦ ਕਿ ਆਪ ਕਹੀ ਜਾ ਰਹੇ ਹਾਂ ਗੋਲਕ ਦੀ ਮਾਇਆ ਦੇ ਨਾਲ ਲੰਗਰ ਹੁੰਦਾ ਹੈ। ਪਰ ਜਿਸ ਦਿਨ ਕੋਈ ਅਮੀਰ ਮਾਇਆ ਨਾ ਦੇਵੇ, ਉਸ ਦਿਨ ਕੋਈ ਗਰੀਬ ਕਹਿ ਦੇਵੇ ਕਿ ਅੱਜ ਮੇਰੇ ਵੱਲੋਂ ਅਰਦਾਸ ਕਰ ਦਿਓ ਔਰ ਗੋਲਕ ਦੀ ਮਾਇਆ ਚੋਂ ਲੰਗਰ ਕਰਾ ਦਿੱਤਾ ਜਾਏ, ਤਾਂ ਕਈ ਜਗ੍ਹਾ ਦੇਖਣ ਵਿੱਚ ਮੁਸ਼ਕਲ ਹੁੰਦਾ ਹੈ ਕਿ ਨਹੀਂ ਹੁੰਦਾ। ਸ਼ੁਕਰ ਹੈ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਕਿਸੇ ਵੀ ਮਨੁੱਖ ਦਾ ਨਾਂ ਲੈ ਕੇ ਅਰਦਾਸ ਨਹੀਂ ਹੁੰਦੀ ਔਰ ਲੰਗਰ ਹਰ ਵੇਲੇ ਬਿਨਾਂ ਕਿਸੇ ਦਾ ਨਾਂ ਉਜਾਗਰ ਕੀਤਿਆਂ ਸਾਰਿਆਂ ਵਾਸਤੇ ਵਰਤਾਇਆ ਜਾਂਦਾ ਹੈ। ਇਹ ਸਾਡੇ ਗੁਰਬਾਣੀ ਦੇ ਸਿਧਾਂਤਾਂ ਨੂੰ ਜੀਣਾ ਢੰਗ ਦੇ ਨਾਲ। ਖੈਰ, ਅਸੀਂ ਅੱਜ ਦਾ ਸ਼ਬਦ ਜਿਹੜਾ ਲਿਆ ਹੈ, ਉਸ ਸ਼ਬਦ ਨੂੰ ਸਮਝਣ ਵਾਸਤੇ ਅਸੀਂ ਗੁਰਬਾਣੀ ਚੋਂ ਭਾਵ-ਅਰਥ ਲੱਭਣੇ ਨੇ। ਜੇਕਰ ਗੁਰਬਾਣੀ ਦੇ ਅਰਥਾਂ ਨੂੰ ਲੱਭਣ ਵਾਸਤੇ ਗੁਰਬਾਣੀ ਦੀ ਗ੍ਰਾਮਰ ਅਸੀਂ ਨਹੀਂ ਪੜਾਂਗੇ, ਸਾਨੂੰ ਕੋਈ ਵੀ ਆ ਕੇ ਸੰਤ ਜੀ ਬਾਬਾ ਜੀ ਕਹਿ ਜਾਣਗੇ ਬੱਚਿਆਂ ਦਾ ਮੋਹ ਕਰਦੇ ਹੋ ਪਾਪੀ ਹੋ, ਟੱਬਰ ਦਾ ਮੋਹ ਰੱਖਦੇ ਹੋ ਪਾਪੀ ਹੋ, ਤੁਸੀਂ ਨਰਕਾਂ ਨੂੰ ਜਾਓਗੇ। ਉਹ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ ਹੁੰਦਾ, ਅਸੀਂ ਉਹਨਾਂ ਦਾ ਨਾਂ ਪੁਰਾਣੇ ਹਜ਼ਾਰਾਂ ਸਾਲਾਂ ਤੋਂ ਮਸ਼ਹੂਰ ਬ੍ਰਹਮਚਾਰੀ ਦਾ ਨਾਮ ਪੰਜਾਬੀਆਂ ਨੇ ਰੱਖ ਲਿਆ ਬ੍ਰਹਮ ਗਿਆਨੀ। ਬ੍ਰਹਮਚਾਰੀ ਦੇ ਬਦਲੇ ਬ੍ਰਹਮ ਗਿਆਨੀ ਰੱਖ ਲਿਆ ਔਰ ਉਸ ਬ੍ਰਹਮ ਗਿਆਨੀ ਨੂੰ ਅਸੀਂ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਉਹ ਸਾਡਾ ਧਰਮ ਦਾ ਠੇਕੇਦਾਰ ਬਣ ਗਿਆ। ਉਹ ਜੋ ਕਹੇਗਾ ਉਹ ਅਸੀਂ ਆਪਣੇ ਆਪ ਨੂੰ ਉਸ ਨੂੰ ਗਾਈਡ ਮੰਨ ਕੇ ਚੱਲ ਪੈਂਦੇ ਹਾਂ। ਉਹ ਕਹੇਗਾ ਗ੍ਰਾਮਰ ਪੜ੍ਹਨ ਦੀ ਲੋੜ ਹੀ ਕੋਈ ਨਹੀਂ ਹੈ, ਤੁਸੀਂ 108 ਵਾਰੀ ਮਾਲਾ ਫੇਰ ਲਿਆ ਕਰੋ ਜੀ, ਤੁਸੀਂ ਇੱਕ ਓਮਕਾਰ ਤੋਂ ਗੁਰਪ੍ਰਸਾਦ ਪੜ੍ਹ ਲਿਆ ਕਰੋ ਜੀ, ਤੁਸੀਂ 5 ਲੱਖ ਵਾਰੀ ਇਹ ਕਰ ਲਿਆ ਕਰੋ, ਤੁਸੀਂ ਇਸ ਤਰ੍ਹਾਂ ਕਰ ਲਿਆ ਕਰੋ, ਤੁਸੀਂ ਨੰਗੇ ਪੈਰ ਚਿਲੀਆ ਰੱਖ ਲਿਆ ਕਰੋ, 40 ਦਿਨ ਆ ਜਾਇਆ ਕਰੋ। ਐਸੇ ਕੋਈ ਨਾ ਕੋਈ ਸਾਨੂੰ ਨਾ ਉਹ ਭਰਮ ਵਿੱਚ ਪਾ ਦਿੰਦਾ ਹੈ। ਉਹ ਸਾਨੂੰ ਨਹੀਂ ਸਮਝਾਉਂਦਾ ਕਿ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਦਰੈ ਵਿਰਲਾ ਬੁਝੈ ਕੋਏ। ਇਸ ਸ਼ਬਦ ਦੇ ਵਿੱਚ 3 ਵਾਰੀ ਆਹਰ ਆਇਆ। ਇੱਕ ਵਾਰੀ ਆਹਰ ਦੇ ਰਾਰੇ ਨੂੰ ਔਂਕੜ ਨਹੀਂ ਹੈ, ਇੱਕ ਜਗ੍ਹਾ ਦੂਜੀ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਉੱਥੇ ਆਹਰ ਦੇ ਰਾਰੇ ਨੂੰ ਔਂਕੜ ਲੱਗੀ ਹੋਈ ਹੈ।
ਤੀਜੀ ਜਿਤ ਆਹਰ ਜਗ ਉਦਰੈ ਵਿਰਲਾ ਬੁਝੈ ਕੋਈ। ਉੱਥੇ ਆਹਰ ਦੇ ਰਾਰੇ ਨੂੰ ਹੁਸਿਆਰੀ ਲੱਗੀ ਹੋਈ ਹੈ। ਤਿੰਨਾਂ ਦਾ ਉਚਾਰਨ ਆਹਰ ਹੈ ਪਰ ਤਿੰਨਾਂ ਦਾ ਅਰਥ ਅਲੱਗ-ਅਲੱਗ ਹੈ। ਅਸੀਂ ਜਿਸ ਬਾਣੀ ਨੂੰ ਮੱਥਾ ਟੇਕਦੇ ਹਾਂ ਅਸੀਂ ਉਸ ਨੂੰ ਪੜ੍ਹ ਕੇ ਵਿਚਾਰ ਸਕਦੇ ਹਾਂ। ਗੁਰੂ ਪਾਤਸ਼ਾਹ ਤੁਸੀਂ ਲਿਖਦੇ ਹੋ ਤਨ, ਤਨ ਦੇ ਨੰਨੇ ਨੂੰ ਔਂਕੜ ਉਚਾਰਨ ਹੁੰਦਾ ਹੈ ਤਨ। ਤੁਸੀਂ ਲਿਖਦੇ ਹੋ ਤਨ, ਤਨ ਦੇ ਨੰਨੇ ਨੂੰ ਹੁਸਿਆਰੀ ਉਚਾਰਨ ਹੁੰਦਾ ਹੈ ਤਨ। ਤੁਸੀਂ ਲਿਖਦੇ ਹੋ ਤਨ ਨੰਨਾ ਮੁਕਤਾ ਉਚਾਰਨ ਹੁੰਦਾ ਹੈ ਤਨ। ਇਹ ਸਾਰੇ ਤੁਸੀਂ ਗੁਰੂ ਸਾਹਿਬ ਗ੍ਰਾਮਰ ਲਿਖਦੇ ਹੋ। ਇੱਕ ਬ੍ਰਹਮ ਗਿਆਨੀ ਆ ਕੇ ਕਹਿੰਦਾ ਹੈ ਕਿ ਗ੍ਰਾਮਰ ਪੜ੍ਹਨ ਦੀ ਲੋੜ ਕੋਈ ਨਹੀਂ, ਚੁੰਝ ਗਿਆਨ ਹੈ, ਤਾਂ ਫਿਰ ਤੁਹਾਡੀ ਬਾਣੀ ਜਿਹੜੀ ਹੈ, ਬਾਣੀ ਨੂੰ ਸਮਝਣਾ ਕੀ ਚੁੰਝ ਗਿਆਨ ਹੁੰਦਾ ਹੈ? ਬਾਣੀ ਤੇ ਮੈਨੂੰ ਦੁਨੀਆ ਦੇ ਪਖੰਡ ਔਰ ਭਰਮ ਭੁਲੇਖਿਆਂ ਤੋਂ ਕੱਢਦੀ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਅਸੀਂ ਬਾਣੀ ਨੂੰ ਪੜ੍ਹਿਆ ਕਰੀਏ। ਬਾਣੀ ਨੂੰ ਅਸੀਂ ਨਹੀਂ ਪੜ੍ਹਿਆ ਤੇ ਇੱਕ ਪੁਸਤਕ ਬਣ ਗਈ ਜਿਸ ਦਾ ਨਾਂ ਹੈ ਭਗਤ ਮਾਲ। ਭਗਤ ਮਾਲ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਲੈ ਕੇ ਕਹਾਣੀਆਂ, ਕਿੱਸੇ ਲਿਖੇ ਹੋਏ ਨੇ। ਜਿਵੇਂ ਕਿ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਜੀ, ਕਬੀਰ ਸਾਹਿਬ ਦੀ ਵੋਟੀ ਉਹਨਾਂ ਨਾਲ ਰੁੱਸ ਗਈ ਸੀ, ਦੋਵਾਂ ਦੀ ਲੜਾਈ ਹੋ ਗਈ ਤੇ ਉਹਨਾਂ ਕਿਹਾ ਕਰਵਟ ਦੇ ਮੋਕੋ ਮਾਰੇ। ਇਹਦੇ ਵਿਚਕਾਰ ਪਤੀ ਪਤਨੀ ਦੇ ਝਗੜਿਆਂ ਦੇ ਸ਼ਬਦ ਨਹੀਂ ਲਿਖੇ ਹੋਏ ਨੇ। ਕਬੀਰ ਸਾਹਿਬ ਦਾ ਵੋਟੀ ਨਾਲ ਝਗੜਾ ਹੋਇਆ ਕਿ ਨਹੀਂ ਹੋਇਆ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਉਹ ਸਾਨੂੰ ਇਹ ਕਹਾਣੀ ਸੁਣਾ ਜਾਂਦੇ ਨੇ, ਜਦ ਕਿ ਉਹ ਸ਼ਬਦ ਕਬੀਰ ਸਾਹਿਬ ਦਾ ਰੱਬ ਦੇ ਨਾਲ ਪ੍ਰੀਤ ਬਾਰੇ ਸ਼ਬਦ ਚੱਲ ਰਿਹਾ ਹੈ। ਕਬੀਰ ਜੀ ਦਾ ਆਪਣੀ ਪਤਨੀ ਦੇ ਨਾਲ ਝਗੜੇ ਬਾਰੇ ਨਹੀਂ ਚੱਲ ਰਿਹਾ। ਪਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਬਾਣੀ ਆਪ ਖੋਜੀਏ, ਅਸੀਂ ਬਾਣੀ ਆਪ ਪੜ੍ਹੀਏ, ਅਸੀਂ ਬਾਣੀ ਆਪ ਸਮਝੀਏ, ਤਾਂ ਸਾਡੀ ਉਹਨਾਂ ਕਿਸੇ ਕਹਾਣੀਆਂ ਔਰ ਕਰਾਮਾਤਾਂ ਵਾਲੀਆਂ ਜਿਹੜੀਆਂ ਭੁਲੇਖੇ ਪਾਏ ਜਾਂਦੇ ਨੇ ਉਹਨਾਂ ਤੋਂ ਸਾਡਾ ਤੋੜ ਵਿਛੋੜਾ ਹੋਏਗਾ। ਵੀ ਵਿਲ ਬੀ ਲਿਬਰੇਟਿਡ ਫਰੋਮ ਦੋਜ਼ ਮਿਸਗਾਈਡਡ ਸਟੋਰੀਜ਼ ਜਿਹੜੀਆਂ ਸਾਨੂੰ ਮਿਸਗਾਈਡ ਕਰਦੀਆਂ ਨੇ। ਅੱਜ ਦੇ ਸ਼ਬਦ ਦੇ ਬਾਰੇ ਭੁਲੇਖਾ ਕਿ ਕਬੀਰ ਸਾਹਿਬ, ਫਰੀਦ ਜੀ ਕਹਿ ਰਹੇ ਨੇ ਕਾਂ ਨੇ ਮੇਰਾ ਸਾਰਾ ਤਨ ਖਾ ਲਿਆ, ਸਿਰਫ 2 ਅੱਖਾਂ ਬਚੀਆਂ, ਜਦ ਕਿ ਬਾਇਓਲੋਜੀਕਲ 2 ਅੱਖਾਂ ਬਚਣ ਤੇ ਮਨੁੱਖ ਬਚਦਾ ਹੀ ਨਹੀਂ ਹੈ। ਕਬੀ ਫਰੀਦ ਜੀ ਜੋ ਵਰਡਸ ਯੂਜ਼ ਕਰ ਰਹੇ ਨੇ ਉਹ ਵਰਡਿੰਗ ਨੂੰ ਅਸੀਂ ਬਾਣੀ ਚੋਂ ਲੱਭਣਾ ਹੈ। ਫਰੀਦ ਜੀ ਦਾ ਇੱਕ ਸ਼ਲੋਕ ਆਉਂਦਾ, ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਬਿਰਹਾ ਹੁੰਦਾ ਹੈ ਰੱਬ ਨਾਲ ਪਿਆਰ ਦਾ ਵਿਰਾਗ। ਮੈਂ ਰੱਬ ਜੀ ਤੋਂ ਵਿਛੜਿਆ ਹੋਇਆ ਹਾਂ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤਨ ਬਿਰੋਂ ਨਾ ਉਪਜੈ, ਜਿਨ੍ਹਾਂ ਨੂੰ ਇਹ ਅੰਦਰ ਚਾਹ ਨਹੀਂ ਹੈ, ਅੰਦਰ ਇਹ ਵਿਰਾਗ ਨਹੀਂ ਹੈ that I am departed from God, ਮੈਂ ਰੱਬ ਜੀ ਤੋਂ ਵਿਛੜਿਆ ਹੋਇਆ, ਵਿਛੜੀ ਹੋਈ ਹਾਂ, ਜਿਨ੍ਹਾਂ ਨੂੰ ਇਹ ਖਿਆਲ ਹੀ ਨਹੀਂ ਆਉਂਦਾ ਨਾ। ਜਿਤਨ ਬਿਰੋਂ ਨਾ ਉਪਜੈ ਸੋ ਤਨ ਜਾਣ ਮਸਾਣ, they are like graveyards। ਉਹ ਡੈਡ ਬੋਡੀ ਨੇ, ਉਹ ਟੁਰਦਾ ਫਿਰਦਾ ਲਾਸ਼ ਨੇ, ਉਹ ਕਬਰਿਸਤਾਨ ਨੇ। ਗੁਰਬਾਣੀ ਮੁਤਾਬਕ ਕਬਰਿਸਤਾਨ ਦੀ, ਗ੍ਰੇਵਯਾਰਡ ਦੀ ਡੈਫੀਨੇਸ਼ਨ, ਜਿਤਨ ਬਿਰੋਂ ਨਾ ਉਪਜੈ ਸੋ ਤਨ ਜਾਣ ਮਸਾਣ। ਅੱਛਾ, ਅਸੀਂ ਸਮਝਦੇ ਸੀ ਕਿ ਸਰੀਰ ਦੇ ਉੱਤੋਂ ਸਾਰਾ ਮਾਸ ਜਦੋਂ ਖਤਮ ਹੋ ਜਾਂਦਾ ਹੈ ਉਹਨੂੰ ਪਿੰਜਰ ਕਹਿੰਦੇ ਨੇ, ਉਹਨੂੰ ਸਕੈਲੇਟਨ ਕਹਿੰਦੇ ਨੇ। ਇਹ ਸਾਡੀ ਬੋਲੀ ਹੈ। ਮੈਂ ਪ੍ਰੌੜਾਵਾਦ ਦੀ ਗੱਲ ਪਹਿਲਾਂ ਕਰ ਚੁੱਕਾ ਹਾਂ। ਗੁਰੂ ਸਾਹਿਬ ਅੰਨਾ ਉਹਨੂੰ ਨਹੀਂ ਕਹਿੰਦੇ ਨੇ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦਾ, ਰਾਦਰ ਜਿਹੜਾ ਮਨ ਦੀਆਂ ਅੱਖਾਂ ਦੇ ਨਾਲ ਨਹੀਂ ਦੇਖਦਾ, ਮਨ ਦੀ ਜ਼ੁਬਾਨ ਦੇ ਨਾਲ ਗੱਲ ਮਿੱਠੀ ਨਹੀਂ ਕਰਦਾ, ਉਹਨੂੰ ਭਾਖਿਆ ਭਾਵੋ ਪਾਰ ਕਹਿੰਦੇ ਨੇ। ਜੋ ਭਾਖਿਆ ਭਾਵੋ ਪਾਰ ਨਹੀਂ ਬੋਲਦਾ ਉਹਦੀ ਜ਼ੁਬਾਨ ਤੇ ਹੀ ਹੁੰਦੀ ਹੈ, ਪਰ ਉਹਦਾ ਮਨ ਪਹਿਲਾਂ ਗਾਲਾਂ ਕੱਢਣ ਦੀ ਆਦਤ ਪਾਉਂਦਾ ਹੈ। ਮਨ ਨੇ ਗਾਲਾਂ ਕਲੈਕਟ ਕੀਤੀਆਂ ਹੁੰਦੀਆਂ ਤਾਂ ਹੀ ਉਸ ਵੇਲੇ ਜੋ ਜੀਏ ਹੋਏ ਸੋਗਵੇ ਉਹਦੇ ਕੋਲੋਂ ਗੱਲ ਨਿਕਲਦੀ ਹੈ। ਇਹ ਗੱਲ ਅਚਾਨਕ ਯਾਦ ਨਹੀਂ ਆਉਂਦੀ, ਮਨ ਨੇ ਇਕੱਠੀਆਂ ਕੀਤੀਆਂ ਹੁੰਦੀਆਂ। ਇਹਦਾ ਮਤਲਬ ਮਨ ਦੀ ਜ਼ੁਬਾਨ ਹੁੰਦੀ ਹੈ। ਸਾਨੂੰ ਜਿਹਦੀ ਗੱਲ ਚੰਗੀ ਲੱਗਦੀ ਹੈ ਨਾ, ਅਸੀਂ ਜਦੋਂ ਧਿਆਨ ਨਾਲ ਸੁਣਦੇ ਹਾਂ ਤਾਂ ਵੀ ਆਹੀ ਕੰਨ ਹੁੰਦੇ ਨੇ, ਲੇਕਿਨ ਉਸ ਵੇਲੇ ਅਸੀਂ ਮਨ ਦੇ ਕੰਨਾਂ ਨਾਲ ਸੁਣਦੇ ਹਾਂ।
साडे कंन मन दे होर ने, इस शरीर दे होर ने। साडियां अखां मन दियां होर ने, इस शरीर दियां होर ने। साडी जबान ये रसना तू अनरस राच रही तेरी प्यास न जाए, यही जबान साडे माँ प्यो दी है जिहड़े एक सब्जी बनी होवे तां रोटी खा लैंदे ने, पर यही जबान बच्चे दी भी है। बच्चा कहता मैनू बाजारों ही मंगानी है। तुसी ये की किया तोरी बनाया, मनु ਇਹ ਤੁਹਾਡੀਆਂ सब्जियां नहीं पसंद, मनु बाजारों मंगा के दिओ। ये रसना तू अनरस राच रही तेरी प्यास न जाए, वो इस रसना नूं नहीं कहंदे। मन दी रसना दी गल चल रही है। इंज मन दियां अखां दी गल चल रही है। मन दियां अखां जदों डुअलिटी विच हो जांदियां ने तां सानूं एक बंदा चंगा लगदा है, एक बंदा चंगा नहीं लगदा। मुसलमानां नूं हिंदू चंगे नहीं लगते, हिंदुआं नूं मुसलमान चंगे नहीं लगते। देखनी ते दोनों शरीरक सेम ने, पर की होया मन दियां अखां ने एक वैर ते दूरी पा ली है। इहनूं कहंदे ने मन दियां अखां दे अंदर द्वैत आ जाना, डुअलिटी आ जाना। जदों मन दियां अखां ते डुअलिटी आ जाती है, ਇਹ ਦੇਖਣ ਦੀਆਂ ਅੱਖਾਂ ਬਲਰਡ ਹੋ ਜਾਂਦੀਆਂ ਨੇ। ਮੈਡੀਕਲ ਸਾਇੰਸ ਦਾ ਅੱਖਾਂ ਦਾ ਡਾਕਟਰ ਕਹਿੰਦਾ ਤੁਹਾਡੀ ਅੱਖ 20/20 ਹੈ, ਪਰ ਮੈਨੂੰ ਬਲਰਡ ਨਜ਼ਰ ਆਉਂਦਾ ਹੈ। ਮੈਨੂੰ ਬਲਰਡ ਨਜ਼ਰ ਆ ਰਿਹਾ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਗੋਰਾ, ਕਾਲਾ, ਅਮੀਰ, ਗਰੀਬ, ਜੈਂਡਰ ਡਿਸਕ੍ਰਿਮੀਨੇਸ਼ਨ। ਜਿਨ੍ਹਾਂ ਨੂੰ ਜੈਂਡਰ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਹੈ ਉਹਨਾਂ ਦੇ ਘਰ ਜੇ ਪੁੱਤਰ ਨਹੀਂ ਹੈ उन्होंने बड़ा बुरा लगता है। किसी होर दे घर पुत्र हो जाता है उन्होंने बहुत बुरा लगता है। उन्होंने दूजे का बच्चा अपना बच्चा नहीं लगता। कारण की है? मन दियां अखां ब्लर्ड हो गई है। मन दे नैना ते डुअलिटी दुविधा छा गई है। तेर मेर अपना पराया दी। जदों मन दियां अखां ते डुअलिटी छा जाती है ਉਹਨੂੰ ਕਹਿੰਦੇ ਨੇ बुरा भला तिचर आखदा जिचर है दूह माए। ਜਦੋਂ तेरे अंदर डुअलिटी पैदा हो गई है ना ਤਾਂ तू किसी ਨੂੰ बुरा कहेगा, किसी ਨੂੰ भला कहेगा। किसी ਦੀ ਸਿੱਧੀ ਗੱਲ ਵੀ ਤੈਨੂੰ ਮਾਫਕ नहीं आएगी, किसी ਦੀ ਪੁੱਠੀ ਗੱਲ ਵੀ ਪਖੰਡ ਵੀ ਤੈਨੂੰ ਚੰਗਾ ਲੱਗੇਗਾ। ਉਹ ਕਿਉਂ? ਕਿਉਂਕਿ ਤੂੰ ਆਪਣੇ ਖਿਆਲਾਂ ਵਾਲਿਆਂ ਦੇ ਨਾਲ ਉੱਠਦਾ ਬੈਠਦਾ ਟੁਰਦਾ ਫਿਰਦਾ ਹੈ। You always like to join, to have the company of like-minded people. Like-minded people ਦਾ ਤੁਸੀਂ ਦੇਖੋਗੇ ਜਟਾਂ ਦੇ ਗੁਰਦੁਆਰੇ ਵੱਖਰੇ ਨੇ, ਪਾਪਿਆਂ ਦੇ ਵੱਖਰੇ ਨੇ, ਰਾਮਗੜੀਆਂ ਦੇ ਵੱਖਰੇ ਨੇ। Like-minded people, ਪਰ ਸਭ ਦਾ ਕਾਮਨ ਵਿਚਕਾਰ ਕੀ ਹੈ? ਗੁਰੂ ਗ੍ਰੰਥ ਸਾਹਿਬ। ਇਹ ਸਾਰੇ ਸਾਡੇ मन दियां अखां दी ब्लर्डनेस, साफ नजर नहीं आता, सच सुनाई नहीं देता। जदों हुण गुरु पातशाह कोलों पुछांगे, मेरा शरीर देखण विच मास, फ्लैश, बॉडी दे अंग पूरे हैं, इन्हां अखां चों नजर आ रहा है या इन्हां कन्नां चों सुनाई दे रहा है? मनो एक गल याद आ गई है। एक क्लर्क नूं बुलाउण वास्ते बॉस ने कहा, चपड़ासी नूं बैल कीती, चपड़ासी अंदर आया। उस क्लर्क का नाम रख लो शामू। शामू को क्लर्क को बुला के लाओ जल्दी। चपड़ासी गया, शामू नूं कहंदा है आपको साहब जल्दी बुला रहे हैं। शामू नहीं आया। 15 मिनट बीत गए, बॉस ने फिर बेल की, क्लर्क चपड़ासी नूं बुलाया, तुमको बोला शामू को जल्दी बुला के लाओ। अभी इसी वक्त वो दोबारा गया, उन्हें क्या आपको साहब बुला रहे हैं। शामू फिर नहीं आया। फिर 10 मिनट बीत गए। हुण बॉस नूं बहुत गुस्सा चढ़िया। हुण बॉस ने बेल नहीं की, चपड़ासी नूं नहीं बुलाया। आप उठ के गया और शामू दे कमरे जाके कस के उनके शामू नूं थप्पड़ मारिया। तैनूं 2 बारी पहला बुला चुका, सुनाई नहीं दिता।
ਉਹ ਹੱਥ ਇੱਥੇ ਰੱਖ ਕੇ ਕਹਿੰਦਾ ਸੁਣਾਈ ਤੇ ਹੁਣ ਦਿੱਤਾ। ਦਰਅਸਲ ਸੁਣਾਈ ਉਹਨੂੰ ਪਹਿਲਾਂ ਵੀ ਦਿੱਤਾ ਸੀ। ਸੁਣਨ ਦੇ ਕੰਨ, ਦੇਖਣ ਦੀਆਂ ਅੱਖਾਂ ਇਹ ਡਿਫਰੈਂਟ ਨੇ, ਪਰ ਜਦੋਂ ਡੁਐਲਿਟੀ 'ਚ ਹੋ ਜਾਂਦੀਆਂ ਨੇ, ਸਾਡੇ ਘਰਾਂ ਵਿੱਚ ਰੋਜ਼ ਨੂੰ ਸੱਸ ਦਾ ਝਗੜਾ ਰਹਿੰਦਾ ਹੈ। ਨੂੰ ਅੱਖਾਂ ਤੋਂ ਦੇਖਣ ਵੇਲੇ ਆਪਣੀ ਸੱਸ ਬੁੱਢੜੀ ਸੱਸ ਲੱਗਦੀ ਹੈ, ਪਰ ਆਪਣੀ ਮਾਂ ਨਹੀਂ ਲੱਗਦੀ। ਜੇ ਉਹਦੀਆਂ ਅੱਖਾਂ 'ਚੋਂ ਦੇਖਣ ਦਾ ਢੰਗ ਬਦਲ ਜਾਏ, ਦੈਟ ਇਜ਼ ਕਾਲਡ ਤੁਹਾਡਾ ਨਜ਼ਰੀਆ ਕਿਸ ਤਰ੍ਹਾਂ ਹੈ। ਨਜ਼ਰੀਆ ਹੀ ਵਿਜ਼ਨ ਹੈ। ਪਰ ਜੇ ਮੈਂ ਗੁਰੂ ਦਾ ਨਜ਼ਰੀਆ ਲੈ ਲਾਂ, ਉਹਨੂੰ ਕਹਿੰਦੇ ਨੇ ਗੁਰੂ ਦਾ ਵਿਜ਼ਨ ਲੈ ਲਿਆ। ਹਰ ਜਨ ਦੇਖੋ ਸਤਿਗੁਰ ਨੈਣੀ, ਗੁਰੂ ਦੀ ਇਨਸਾਈਟ ਲੈ ਲਵਾਂ, ਗੁਰੂ ਦਾ ਵਿਜ਼ਨ ਜੇ ਮੈਂ ਲੈ ਲਵਾਂ ਤਾਂ ਮੇਰੀ ਡੁਐਲਿਟੀ ਠੀਕ ਹੋ ਸਕਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਉੱਠ ਫਰੀਦਾ ਉੱਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਹੁਣ ਅਸੀਂ ਇਹਦੇ ਅਰਥ ਹੈ ਥੋੜਾ ਨਾ ਸਮਝਾਂਗੇ ਵੀ ਫਰੀਦ ਜੀ ਕਹਿ ਰਹੇ ਨੇ ਉੱਠ ਕੇ ਉੱਜੂ ਸਾਜਣਾ ਚਾਹੀਦਾ, ਨਿਵਾਜ਼ ਪੜ੍ਹਨੀ ਚਾਹੀਦੀ ਹੈ, ਜਿਹੜਾ ਨਿਵਾਜ਼ ਨਾ ਪੜ੍ਹੇ ਉਹਦਾ ਸਿਰ ਪਕੜ ਕੇ ਕੱਟ ਦਿਓ। ਹੈ ਤੇ ਇਹਦੇ ਮੀਨਿੰਗ ਨਹੀਂ ਨੇ। ਅਸੀਂ ਜਣੇ ਖੜੇ ਨੂੰ ਪਕੜ ਕੇ ਉਹਦਾ ਸਿਰ ਥੋੜਾ ਨਾ ਲਾਉਂਦੇ ਰਵਾਂਗੇ। ਕਿਹੜਾ ਸਿਰ ਲਾਣ ਦੀ ਗੱਲ ਚੱਲ ਰਹੀ ਹੈ। ਫਰੀਦ ਜੀ ਜੋ ਮਨਮਤ ਵਾਲਾ ਸਿਰ ਹੈ, ਕਹਿੰਦੇ ਨੇ ਉਹ ਤੂੰ ਆਪਣਾ ਸਿਰ ਕੱਟ ਦੇ, ਜਿਹੜਾ ਸੱਚ ਨੂੰ ਸਮਰਪਿਤ ਨਹੀਂ ਹੈ, ਸੱਚ ਨੂੰ ਜਿਹੜਾ ਸਰੈਂਡਰ ਨਹੀਂ ਕਰਦਾ। ਇਹ ਹੁਣ ਵਿਸਾਖੀ ਦਾ ਹਫ਼ਤਾ ਹੈ, ਜਿਹੜੇ ਅਸੀਂ ਪੰਜ ਪਿਆਰਿਆਂ ਦੀ ਗੱਲ ਸੁਣਦੇ ਹਾਂ। ਪੰਜ ਪਿਆਰਿਆਂ ਨੇ ਆਪਣਾ ਸਿਰ ਸਮਰਪਿਤ ਕੀਤਾ, ਆਪਣਾ ਸਿਰ ਤਲੀ ਤੇ ਰੱਖ ਕੇ ਗਏ। ਔਰ ਇਹ ਖੇਡ ਗੁਰੂ ਨਾਨਕ ਸਾਹਿਬ ਨੇ ਸਿਖਾਈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਜਿਹੜਾ ਸਿਰ ਤਲੀ ਤੇ ਰੱਖਣ ਦਾ ਮਤਲਬ ਹੁੰਦਾ ਹੈ ਆਪਣੇ ਪਿਆਰੇ ਦੀ ਗੱਲ ਸੁਣਨੀ ਔਰ ਮੰਨ ਲੈਣੀ, ਆਪਣਾ ਸਿਰ ਰੱਖ ਦੇਣਾ। ਜੋ ਖੇਡ ਗੁਰੂ ਨਾਨਕ ਸਾਹਿਬ ਨੇ ਸਿਖਾਈ, ਉਸੇ ਨੂੰ ਖੰਡੇ ਕੀ ਪੌਲ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਪਣਾ ਸਿਰ ਤਲੀ ਤੇ ਰੱਖ ਕੇ ਲਿਆਓ, ਆਪਣਾ ਸਿਰ ਇੱਥੇ ਵਾਰੋ, ਆਪਣਾ ਸਿਰ ਇੱਥੇ ਦਿਓ। ਆਪਣੇ ਮਨ ਦੇ ਖਿਆਲਾਂ ਦਾ ਸਿਰ ਰੱਖ ਦੇਣਾ, ਗੁਰੂ ਦਾ ਮਤ ਨੂੰ ਲੈ ਲੈਣਾ। ਉਹਨੂੰ ਕਹਿੰਦੇ ਨੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਨਾ। ਮੇਰੀ ਮਤ ਥੋੜੀ ਹੈ ਔਰ ਮੈਂ ਆਪਣੀ ਮਤ ਰੱਖਣਾ ਚਾਹੁੰਦਾ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ। ਮਨ ਦੀ ਮਤ ਨੂੰ ਰੱਖ ਦੇਣਾ ਸਿਰ ਦੇਣਾ ਕਹਿਲਾਂਦਾ ਹੈ। ਮੇਰੇ ਮਤ ਨੂੰ ਡੁਐਲਿਟੀ ਦੇ ਨੈਣਾ ਨੇ ਟੱਚ ਕਰ ਲਿਆ। ਹੁਣ ਜੇ ਮੈਂ ਆਪਣੀ ਮਤ ਰੱਖਾਂ ਹੀ ਨਾ, ਤਾਂ ਫਰੀਦ ਜੀ ਕਹਿੰਦੇ ਨੇ ਸੋ ਸਿਰ ਕੱਪ ਉਤਾਰ, ਉਹ ਸਿਰ ਲਾ ਦੇਣਾ ਚਾਹੀਦਾ ਹੈ, ਲੋਕਾਂ ਦਾ ਨਹੀਂ। ਅਸੀਂ ਇੱਕ ਗੱਲ ਯਾਦ ਰੱਖਣੀ ਹੈ, ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਸਿਖਾ ਸਕਦੇ। ਘੋੜੇ ਨੂੰ ਪਾਣੀ ਕੋਲ ਲਿਜਾ ਸਕਦੇ ਹੋ, ਪਾਣੀ ਪਿਲਾ ਨਹੀਂ ਸਕਦੇ, ਪਰ ਅਸੀਂ ਹਰ ਕਿਸੇ ਨੂੰ ਧੱਕੇ ਦੇ ਨਾਲ ਬਾਈ ਫੋਰਸ ਜ਼ਬਰਦਸਤੀ ਡਰਾ ਕੇ, ਰੱਬ ਦਾ ਡਰ ਪਾ ਕੇ, ਨਰਕਾਂ ਦਾ ਡਰ ਪਾ ਕੇ, ਜਮਾਂ ਦਾ ਡਰ ਪਾ ਕੇ ਅਸੀਂ ਉਹਨੂੰ ਸਿਖਾਉਣਾ ਚਾਹੁੰਦੇ ਹਾਂ। ਜਦ ਕਿ ਗੁਰਬਾਣੀ ਕਹਿੰਦੀ ਹੈ ਭੈ ਕਹੂੰ ਕੋ ਦੇਤ ਨੈ ਭੈ ਮਨ ਥਾਨ, ਕੋ ਨਾਨਕ ਸੁਣੇ ਮਨਾ ਗਿਆਨੀ ਤਾਏ ਬਖਾਨ। ਜਿਹੜਾ ਬੰਦਾ ਕਿਸੇ ਨੂੰ ਡਰਾਉਂਦਾ ਨਹੀਂ ਹੈ ਤੇ ਨਾ ਕਿਸੇ ਤੋਂ ਡਰਦਾ ਹੈ। ਪਰ ਅਸੀਂ ਤੇ ਆਏ ਦਿਨ ਲੋਕਾਂ ਨੂੰ ਡਰਾਉਂਦੇ ਆ, ਇੰਜ ਨਹੀਂ ਕਰੋਗੇ ਤਾਂ ਮਰਨ ਤੋਂ ਬਾਅਦ ਇੰਜ ਨਰਕ ਹੋਏਗਾ, ਇੰਜ ਨਹੀਂ ਕਰੋਗੇ ਤਾਂ ਇੰਜ ਜੰਮ ਤੁਹਾਨੂੰ ਤਰੀ ਕੇ ਲੈ ਜਾਣਗੇ, ਇੰਜ ਤੁਹਾਨੂੰ ਉੱਥੇ ਕੜਾਏ ਵਿੱਚ ਤਲ ਦਿੱਤਾ ਜਾਏਗਾ, ਇੰਜ ਤੁਹਾਨੂੰ ਉੱਥੇ ਅੱਗ ਉੱਤੇ ਰੱਖਿਆ ਜਾਏਗਾ। ਭੁਲੇਖੇ ਇਸ ਤਰੀਕੇ ਦੇ ਡਰ ਪਾਏ ਜਾਂਦੇ ਨੇ। ਡਰ ਨਾਲ ਕਿਸੇ ਨੂੰ ਸਿੱਧੇ ਰਾਹ ਨਹੀਂ ਪਾਇਆ ਜਾ ਸਕਦਾ। ਇਸ ਤੋਂ ਇਲਾਵਾ ਅਸੀਂ ਬਚਪਨ ਤੋਂ ਬੱਚੇ ਨੂੰ ਡਰਾਇਆ ਔਰ ਬੱਚਾ ਵੱਡਾ ਹੋ ਕੇ ਠੀਕ ਨਹੀਂ ਬਣਿਆ। ਕਿਉਂ? ਰਿਵਾਰਡ ਐਂਡ ਪਨਿਸ਼ਮੈਂਟ ਦੀ ਗੇਮ। ਮਾਂ ਬੱਚੇ ਨੂੰ ਕਹਿੰਦੀ ਹੈ ਦੁੱਧ ਪੀ ਲੈ, ਤੈਨੂੰ ਮੈਂ ਟੌਏ ਜਾਂ ਚਾਕਲੇਟ ਲੈ ਕੇ ਦਿਆਂਗੀ। ਬੱਚਾ ਦੁੱਧ ਪੀ ਲੈਂਦਾ ਹੈ, ਅਸੀਂ ਦਿੱਤਾ ਉਸਨੂੰ ਰਿਵਾਰਡ। ਦੂਜੇ ਦਿਨ ਬੱਚੇ ਨੂੰ ਮਾਂ ਕਹਿੰਦੀ ਹੈ ਦੁੱਧ ਪੀ ਲੈ, ਬੱਚਾ ਦੁੱਧ ਨਹੀਂ ਪੀਂਦਾ। ਮਾਂ ਬੱਚੇ ਨੂੰ ਕਹਿੰਦੀ ਹੈ ਦੁੱਧ ਨਹੀਂ ਨਾ ਪੀਏਗਾ, ਕੋਗੋ ਆ ਜਾਏਗਾ।
दूध नहीं पिएगा कॉकरोच आ जाएगा, क्योंकि मां कॉकरोच तो डरती है। दूध नहीं ना पिएगा पुलिस वाला आ जाएगा, दूध नहीं पिएगा बाबा आ जाएगा, दूध नहीं पिएगा भूत आ जाएगा। इस तरह जो मां डराती है बच्चा डर जाता है और बच्चा दूध पी लेता है। मां का मकसद हल हो गया, पर किस तरह डरा के। हुण एक दिन वड्डा हो गया बच्चा और बच्चे ने दूध नहीं पीता। कोगो कोई नहीं आया, पुलिस वाला कोई नहीं आया, कॉकरोच कोई नहीं आया, भूत कोई नहीं आया, बाबा कोई नहीं आया। बच्चे दा डर लथ गया, बच्चे दा भुलेखा लथ गया। अपने वल्लों मां ने दूध पिलाया डरा के, लेकिन कर दी सारी गड़बड़। इस तरह दुनियावी चीज़ां दे बारे डर पा के कि इस तरह रब देवेगा जे तू रब नूं याद इंज रखें या इंज रब अगे अरदास करें, तां फिर बच्चे नूं भुलेखे पैंदे ने। या जे डरा के करिए तां गुरु पातशाह कहंदे ने, जो सिर साई ना निवे सो सिर कीजे काए, कुन्ने हेठ जलाइए बालण संधि थाए। वो कहंदे ने सिर उदा आग हेठा साड़ दो। दरअसल कह रहे ने वो सड़न योग है सिर जो सच ते नहीं टुरदा। हुण इन्हां श्लोकां दे नाल गुरु साहब दा असीं एक श्लोक पढ़ांगे। जो सिर साई ना निवे सो सिर दीजे डार। डार हुंदा सरैंडर कर दिओ, वो सुट्टण योग है, वो किसी काम दा नहीं है। अगे कहते नानक जिस पिंजर में बिरा नहीं सो पिंजर लै जार। इहदा मतलब जो सच ते नहीं टुरदा गुरु पातशाह ओनू पिंजर कहंदे ने। जिहदी बॉडी ते मास खत्म हो गया, स्केलेटन हड्डियां नजर आ रही, ओनू पिंजर नहीं कहते ने। असी गुरबाणी चो गुरबाणी दे अर्थ समझ रहे हां। पिंजर किनू कहते ने? हुण असी अपने शरीर नूं जदों जन्म लैंदे हां, असी शरीर नूं मनुखा जन्म कहते हैं। गुरु पातशाह ने जिन्ना सतगुर ना सेवियो शब्द ना कीतो विचार, ओए मानस जून ना आखियन पशु ढोर गंवार। गुरु साहब कहते ने तू देखण विच मनुख लग रहा, दरअसल तू मनुख है ही नहीं। ਇਹਦਾ मतलब ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਪੜ੍ਹ ਕੇ ਅਸੀਂ ਇਹ ਸਿੱਖਦੇ ਹਾਂ ਕਿ ਮੈਂ ਹਿਊਮਨ ਬੀਇੰਗ ਨਹੀਂ ਹਾਂ, ਰਾਦਰ ਵੀ ਆਰ ਬਿਕਮਿੰਗ ਹਿਊਮਨਸ। ਅਸੀਂ ਸੁਚੱਜੇ ਚੰਗੇ ਇਨਸਾਨ ਬਣਨਾ ਸਿੱਖਦੇ ਹਾਂ ਬਾਣੀ ਪੜ੍ਹ ਕੇ। फरिश्ते से बेहतर है इंसान बनना, मगर इसमें थोड़ी लगती है देर ज्यादा। पर सानू करामाती गल्लां और फरिश्ता बनन दे सुपने साडे दिमाग विच गलत फहमी पाते हैं। गुरु पातशाह जी की बाणी चो असी पिंजर लभ्या, गुरु पातशाह जी की बाणी चो असी कां लभ्या, गुरु पातशाह जी की बाणी चो असी मन दियां अखां लभियां। जे मन दियां अखां डुअलिटी होण तां रब नज़र नहीं आंदा, मनुख ते मनुख नज़र ही नहीं आते, कीड़े मकोड़े नज़र आते हैं। जिस मर्जी की गर्दन मरोड़ दो, जिस मर्जी नाल लड़ाई कर लवो। हुण मन दियां अखां दी गल चल रही है। कहंदे ने फरीदा तन सुक्का पिंजर थी, मेरा सारा ना तन किसी काम जोगा नहीं है। जदों असीं शब्द पढ़ांगे नरू मरै नर काम ना आवे, बंदा मर जाए बंदा कम नहीं आता, ये अर्थ नहीं बनते ने। जदों असीं उहदा रहाओ पढ़ांगे, रहाओ च कह रहे ने अपने कर्म की गत मैं क्या जानू, मैं क्या जानू बाबा रे, तां रहाओ दे गल दे मुताबक मेरी गल चल रही है। तां कह रहे ने जदों मैं अंदरों मेरे इंसानियत मर जाती है, नरू मरै नर काम ना आवे, मैं किसी काम जोगा नहीं रहता। पशु मरै, जदों मेरे अंदर पशुता मर जाए, 10 काज सवार है, then I'm good for many things, I'm worth then, मेरा शरीर किसे काम आया। ਇਹਦਾ मतलब साडा तन टुरदा फिरदा लाश है, साडा तन टुरदा फिरदा ग्रेवयार्ड है, साडा तन टुरदा फिरदा पिंजर है। फरीद जी कहते हैं तन सुक्का पिंजर थिया तलियां खूंडे काग। तलियां होंदियां, एक हाथ दियां तलियां होंदियां, एक पैर दियां तलियां होंदियां।
ਇਹਨਾਂ ਨੂੰ ਜਦੋਂ ਕਾਂ ਮਤਲਬ ਵਿਕਾਰ ਜਦੋਂ ਇਹਨਾਂ ਨੂੰ ਸਤਾਉਂਦੇ ਨੇ ਤਾਂ ਅਸੀਂ ਇਹਨਾਂ ਹੱਥਾਂ ਦੀਆਂ ਤਲੀਆਂ ਨਾਲ ਚੰਗਾ ਕੰਮ ਨਹੀਂ ਕਰਦੇ, ਪੈਰਾਂ ਦੀਆਂ ਤਲੀਆਂ, ਪੈਰਾਂ ਨਾਲ ਟੁਰ ਕੇ ਸਿੱਧੇ ਪਾਸੇ ਨਹੀਂ ਜਾਂਦੇ ਆ, ਟੁੰਡੇ ਹੋ ਗਏ। ਰੂਹਲਾ ਟੁੰਡਾ ਅੰਦਲਾ ਕਹਿ ਗੱਲ ਲੱਗੇ ਤਾਏ, ਹੁਣ ਉਹ ਰੱਬ ਨੂੰ ਐਮਬਰੇਸ ਕਰ ਹੀ ਨਹੀਂ ਸਕਦਾ। ਅਜੈ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ, ਬੰਦੇ ਨੇ ਆਪਣੇ ਭਾਗ ਆਪ ਬਣਾਏ ਨੇ। ਅਸੀਂ ਗੁਰਬਾਣੀ ਨੂੰ ਬਾਰ-ਬਾਰ ਪੜਾਂਗੇ, ਗੁਰਬਾਣੀ 'ਚ ਤੁਰਮਸਤਕ ਭਾਗ ਆਏਗਾ, ਪੂਰਬਲੇ ਕਰਮ ਆਏਗਾ, ਮਸਤਕ ਲਿਖੇ ਭਾਗ ਆਏਗਾ, ਵੱਡ ਭਾਗ ਆਏਗਾ। ਤਾਂ ਅਸੀਂ ਸਾਰਿਆਂ ਨੂੰ ਪੜ੍ਹ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਪੜਾਂਗੇ ਤਾਂ ਪਤਾ ਲੱਗੇਗਾ ਭਾਗ ਮਨੁੱਖ ਆਪ ਬਣਾਉਂਦਾ ਹੈ। ਵੀ ਰਾਈਟ ਆਵਰ ਓਨ ਡੈਸਟੀਨੀ, ਅਸੀਂ ਆਪ ਲਿਖਦੇ ਹਾਂ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਅਸੀਂ ਆਪ ਆਪਣੇ ਲੇਖੇ ਲਿਖਦੇ ਹਾਂ। ਮੇਰਾ ਮਨ ਰੱਬ ਜੀ ਦੀ ਮੱਤ ਲੈ ਲਵੇ ਤਾਂ ਸੁਚੱਜੇ ਲੇਖੇ ਲਿਖਦਾ ਹੈ, ਜੇ ਮਨ ਕੀ ਮੱਤ ਜਮਾਂ ਵਾਲੀ ਮੱਤ ਲੈ ਲਵੇ, ਵਿਕਾਰਾਂ ਵਾਲੀ, ਵਾਈਸਿਸ ਵਾਲੀ, ਮੰਦੇ ਖਿਆਲਾਂ ਦੀ, ਤਾਂ ਭੈੜੇ ਲੇਖੇ ਲਿਖਦਾ ਹੈ। ਲੇਖਾ ਜੈਸਾ ਲਿਖਦੇ ਹਾਂ ਵੈਸਾ ਸਾਡਾ ਕਰੈਕਟਰ ਬਣ ਜਾਂਦਾ ਹੈ। ਇਹ ਗੱਲ ਅਸੀਂ ਯਾਦ ਰੱਖਣੀ ਹੈ। ਸਤਿਗੁਰ ਦੀ ਗੱਲ ਸੁਣੀ ਨਹੀਂ ਤਾਂ ਮੇਰੇ ਮਨ ਕੀ ਮਤ ਨਾਲ ਮੈਂ ਮਸਤਕ ਭਾਗ ਮੰਦੀਰੇ ਲਿਖੇ, ਭੈੜੇ ਮਸਤਕ ਤੇ ਲੇਖ ਲਿਖ ਲਏ। ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ, ਜੈਸਾ ਮੈਂ ਬਚਪਨ ਤੋਂ ਸੋਚਦਾ ਸੀ ਵੈਸਾ ਮੈਂ ਵੱਡਾ ਹੋ ਕੇ ਬਣ ਗਿਆ। दिन रात कमायड़ो सो आयो मत है, जैसे ख्याल सोचते हाँ वैसे वड्डे होके बन जाते हाँ। भैड़े ख्यालों का व्याज वधदा जाएगा जे भैड़े ख्यालों उत्ते तू कंट्रोल नहीं करेगा, भैड़ियां आदतां वधियां जाणगियां। जिवें घर मां प्यो बोलते ने वैसे संस्कार असी कलैक्ट कर लेंदे हाँ। अज दी मैडिकल साइंस दसदी है माँ दे पेट दे अंदर बच्चे नूं माँ प्यो लड़दियां दियां आवाज़ां सुनाई पैंदियां ने। जदों माँ अपने सस और पति तो दुखी होंदी है वो बच्चे क्रैंकी पैदा होंदे ने, वो बच्चे ज्यादा टांटा करते ने, ज्यादा रोला पाते ने। बच्चियां नूं माँ प्यो दी सारियां गल्लां सुनाई दिंदियां, मैडिकल साइंस अज प्रूव कर चुकी है। माँ दे उस वेले ख्याल की हन कि वो पाठ करती है, वो सत्संग करती है, या भूत प्रेत वाले सीरियल वेखदी है, या वो डरावने सस्पेंसफुल नावल पढ़ती है, या अपनी सस और ननाण दे झगड़े डिस्कस करती रहती है। यह सारियां गल्लां दा बच्चे दे उत्ते इफैक्ट पैंदा है। सानू पता ही नहीं। मेरी बच्ची एनवायरमेंट ते PhD कर रही है और उन्हें मेडिकल साइंस नाल पढ़ी कि एनवायरमेंट का की असर होता है। तब मैं हैरान रह गया। उसने मैनू दसिया पापा अज जिहड़ा बच्चा अन्ना पैदा हो रहा है, अज जिस बच्चे दे हार्ट विच होल है, अज जो बच्चे नू डायबिटीज़ की प्रॉब्लम है, अज किसी का सिर अद्धा बनया है, किसी की एक टंग नहीं है, यह जो कुछ भी हैंडीकैप बच्चे विच हो रहा है माँ प्यो की किसी गलती के कारण हो रहा। माँ प्यो ने किसी वेले एक बारी भी शराब का गिलास या सिगरेट पीती सी या नशा किया सी, उहदा इफैक्ट प्रैगनेंसी ते आ गया, आ जाता है। पर असी कहते पिछले जन्म की किस्मत दे भाग, जबकि गुरबाणी कहती है तेरे ख्यालों के नाल तू मंदे भाग बनाए ने। पहला मंदे भाग मीनस अपनी बैड हैबिट्स नू समझ, रिकॉग्नाइज कर दैट मेरे अंदर कुछ वाइसिस, बैड हैबिट्स, डेफिशिएंसीज, शॉर्टकमिंग्स हैं। दूजी गल, सतगुर दी मत सुन के अपने मस्तक भाग मंदेरे मिटा मीनस बैड हैबिट्स छड्ड। फिर सतगुर दी मत सीख के चंगे गुणा दी आदत पा, उन्होंने कहते हैं मस्तक भाग चंगेरे लिखना। इस शब्द की अजे सो रब ना बोड़ियो देख बंदे दे भाग, रब तेरे जीवन प्रैक्टिस आएगा ही नहीं। क्यों? क्योंकि तू दिन रात अवगुणा नाल जींदा है,
टाला टोला दिन गया, व्याज बढ़न तो जाए। साडा दिनों दिन समाज और टब्बर और दुनिया खराब क्यों हो रही है? कारण फर्ज करो मां विच 23 डेफिशिएंसीज शॉर्ट कमिंग्स दे अवगुण हन। सौखा कर ला, मान लिया मां दे अंदर 20 अवगुण हन और प्यो दे अंदर 21 हन। 21 और 20 मिला के 41 हो गए। 41 अवगुणा दे मां प्यो दे कोल जिहड़ा बच्चा पैदा होएगा ਉਹਨੂੰ 41 ਤੇ ਅਵਗੁਣ ਸ਼ੋਰ ਸ਼ਾਟ ਆਣਗੇ ਹੀ ਆਣਗੇ, ਕਿਉਂਕਿ ਉਹਨੇ ਦਿਨ ਰਾਤ ਉਹਨਾਂ ਦੇ ਅਵਗੁਣ ਦੇਖਣੇ ਨੇ। ਹੁਣ ਉਹ ਹੋਰ ਵੀ ਅਵਗੁਣ ਇਕੱਠੇ ਕਰੇਗਾ, ਵਿਆਜ बढ़न तो जाए। जे माँ प्यो सत्संग करन, गुरबाणी पढ़न, खंडे की पौल छकन, नितनेम करन, शराब ना पीण, ना शराब वरतान ਅਤੇ दिन रात बाणी पढ़ के सत्संग करन, ਤਾਂ ਇਸੇ ਬੱਚੇ ਵਿੱਚ ਚੰਗੇ ਗੁਣ ਆਣੇ ਸ਼ੁਰੂ ਹੋ ਜਾਣਗੇ। ਉਹਨੂੰ ਮਿਲ ਗਿਆ ਸੱਚ ਦਾ ਸੰਗ। ਪਰ ਜਿਹੜੇ ਮਾਂ ਪਿਓ ਭੈੜ ਵੀ ਕਰਨ, ਗਾਲਾਂ ਵੀ ਕੱਢਣ, ਸ਼ਰਾਬਾਂ ਵੀ ਪੀਣ ਔਰ ਲੜਨ ਵੀ, ਲੇਕਿਨ ਉਹਨਾਂ ਦਾ ਬੱਚਾ ਗੁਰਦੁਆਰੇ ਜਾ ਕੇ ਕਿਥੋਂ ਸੱਚ ਦਾ ਸੰਗ ਕਰੇ ਔਰ ਸੱਚ ਦੇ ਸੰਗ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦੇਵੇ, ਤਾਂ ਉਸਨੇ ਆਪਣੇ ਮਾਂ ਪਿਓ ਦੇ ਅਵਗੁਣ ਲੈ ਦੇ ਮਸਤਕ ਭਾਗ ਮੰਦੇਰੇ ਮਿਟਾਏ ਔਰ ਸਤਿਗੁਰ ਦੀ ਮੱਤ ਲੈ ਕੇ ਸੱਚ ਦੀ ਸੰਗਤ ਕਰਕੇ ਮਸਤਕ ਭਾਗ ਚੰਗੇਰੇ ਲਿਖ ਲਏ। ਸਾਡੇ ਜੀਵਨ ਵਿੱਚ ਰੱਬ ਜੀ ਪ੍ਰਗਟ ਨਹੀਂ ਹੁੰਦੇ ਨੇ ਜਦੋਂ ਅਸੀਂ ਤਨ ਸੁੱਕਾ ਪਿੰਜਰ ਥਿਆ ਹੋ ਜਾਂਦਾ ਔਰ ਸੱਚ ਦੇ ਮਾਰਗ ਤੇ ਟੁਰਦੇ ਨਹੀਂ। ਫਰੀਦ ਜੀ ਕਹਿੰਦੇ ਨੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਸਾਰੇ ਸਰੀਰ ਤੋਂ ਕਾਵਾਂ ਨੇ, ਮਤਲਬ ਵਿਕਾਰਾਂ ਨੇ, ਗੁਰਬਾਣੀ ਚ ਵਿਕਾਰਾਂ ਨੂੰ ਕਾਂ ਕਹਿੰਦੇ ਨੇ। ਔਰ ਜਦੋਂ ਤੱਕ ਕਾਂ ਉੱਡੇ ਨਾ ਤਾਂ ਤੱਕ ਮੇਰਾ ਸ਼ੌਕ ਪ੍ਰੀਤਮ ਆਂਦਾ ਨਹੀਂ ਹੈ। ਪੁਰਾਣੇ ਜ਼ਮਾਨੇ ਚ ਹੁੰਦਾ ਸੀ, ਪਤੀ ਘਰੋਂ ਚਲਾ ਜਾਂਦਾ ਸੀ ਬੜੀ ਦੂਰ, ਪਤਨੀ ਵੇਟ ਕਰਦੀ ਰਹਿੰਦੀ ਸੀ, ਉਹ ਦਿਨ ਗਿਣਦੀ ਰਹਿੰਦੀ ਸੀ, ਦੀਵਾਰ ਤੇ ਦਿਨ ਗਿਣਨ ਵਾਸਤੇ ਔਂਸੀਆਂ ਪਾਉਂਦੀ ਸੀ, ਦਿਨ ਕਾਊਂਟ ਕਰਕੇ ਮਾਈਨਸ ਕਰਦੀ ਜਾਂਦੀ ਸੀ। ਜਿਸ ਦਿਨ ਉਸ ਨੂੰ ਹੁੰਦਾ ਸੀ ਕਿ ਅੱਜ ਮੇਰਾ ਪਤੀ ਆ ਜਾਏਗਾ, ਉਸ ਦਿਨ ਇੱਕ ਅਖਾਣ ਬਣਿਆ ਹੋਇਆ ਸੀ ਕਿ ਜੇ ਉਹਦੇ ਘਰ ਦੇ ਬਨੇਰੇ ਤੇ ਕਾਂ ਬੈਠਾ ਹੋਇਆ ਹੈ ਤਾਂ ਉਹ ਕਾਂ ਨੂੰ ਕਹਿੰਦੇ ਸੀ, ਕਾਂ ਤੂੰ ਇੱਥੋਂ ਛੇਤੀ ਉੱਡ ਜਾ ਕਿਉਂਕਿ ਮੇਰੇ ਪਿਆਰੇ ਨੇ ਆਣਾ ਹੈ। ਇਹ ਪ੍ਰੌਢਾਵਾਦ ਦਾ ਸੀਨ ਕਬੀਰ ਸਾਹਿਬ ਵਰਤਦੇ ਨੇ। ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੇ ਆਪਣੇ ਰਾਮ ਪਿਆਰੇ, ਮਨੂ ਬੜੀ ਛੇਤੀ ਕਾਲ ਹੈ, आई एम इन हरी, आई एम वेटिंग, मेरी बड़ी तांग है, बर्निंग डिजायर है, मैं अपने प्यारे ਨੂੰ ਮਿਲਣਾ ਚਾਹੁੰਦੀ ਹਾਂ ਕਿਉਂਕਿ ਉਹ ਆ ਰਿਹਾ ਹੈ। ਉਹਦੇ ਆਉਣ ਦਾ ਪ੍ਰਤੀਕ ਕੀ ਹੈ? ਕਾਂ ਤੂੰ ਇੱਥੋਂ ਉੱਡ ਜਾ। ਗੁਰਬਾਣੀ ਅੰਦਰ ਕਾਂ ਹੁੰਦਾ ਹੈ ਵਿਕਾਰ, ਵਾਈਸਿਸ, ਮੰਦੇ ਖਿਆਲ। ਮੰਦੇ ਖਿਆਲਾਂ ਚੋਂ ਜੇ ਅਸੀਂ ਐਗਜ਼ਾਮਪਲ ਕ੍ਰੋਧ ਹੀ ਲੈ ਲਈਏ, ਜਿਤਨਾ ਮੈਂ ਕ੍ਰੋਧ ਕਰਾਂਗਾ ਉਤਨਾ ਮੈਂ ਹਾਈਪਰ ਹੋਵਾਂਗਾ, उतना मेरा एड्रेनलिन लेवल केमिकल बढ़ेगा, उतना मैं हाइपर होके मेरा बीपी बढ़ेगा, मेरा ब्रेन स्ट्रोक या हार्ट ट्रबल हो सकती है, मेरे शरीर ਨੂੰ नुकसान होएगा। इस तरह ही काम क्रोध लोभ हंकार है सारे ਕਾਂ ਹੁੰਦੇ ਨੇ ਔਰ ਸਾਡੇ ਜੀਵਨ ਵਿੱਚ ਆ ਜਾਂਦੇ ਨੇ। ਕਬੀਰ ਫਰੀਦ ਜੀ ਕਹਿੰਦੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੋਇਓ ਨਹੀਂ ਹੈ। ਅਸੀਂ ਬਹੁਤ ਧਿਆਨ ਨਾਲ ਬਾਣੀ ਪੜ੍ਹਨੀ ਹੈ, ਇੱਕ ਇੱਕ ਅੱਖਰ ਨੂੰ ਧਿਆਨ ਨਾਲ ਪੜ੍ਹਨਾ ਹੈ, ਛੂਇਓ ਨਹੀਂ ਹੈ। ਲਿਖਿਆ ਇਹ ਦੋਏ ਨੈਣਾ ਮਤ ਛੂਹੋ, ਮੇਰੀ ਮਤ ਨੂੰ ਡੁਐਲਿਟੀ ਦੀਆਂ ਅੱਖਾਂ ਨੇ ਟੱਚ ਕਰ ਲਿਆ ਹੈ। ਮਤ ਨੂੰ ਇਹ ਦੋਏ ਨੈਣਾ ਮੇਰੀ ਡੁਐਲਿਟੀ ਦੀਆਂ ਅੱਖਾਂ ਦੇ ਨੈਣਾ ਨੇ ਮਤ ਨੂੰ ਟੱਚ ਕਰ ਲਿਆ। ਜਦੋਂ ਡੁਐਲਿਟੀ ਦੀਆਂ ਅੱਖਾਂ ਦੇ ਨਾਲ ਦੇਖਣ ਲੱਗਦੇ ਔਰ ਮਤ ਨੂੰ ਟੱਚ ਕਰ ਜਾਂਦੇ ਨੇ ਤਾਂ ਅਸੀਂ ਲੋਕਾਂ ਨਾਲ ਡਿਸਕ੍ਰਿਮੀਨੇਸ਼ਨ ਸ਼ੁਰੂ ਕਰਦੇ ਹਾਂ, ਤੇਰਾ ਮੇਰਾ ਸ਼ੁਰੂ ਕਰਦੇ ਹਾਂ, ਧੜੇਬਾਜ਼ੀ ਸ਼ੁਰੂ ਕਰਦੇ ਹਾਂ। ਅਮੀਰ ਅਮੀਰਾਂ ਨਾਲ ਬੈਠਦੇ ਨੇ, ਗਰੀਬ ਗਰੀਬਾਂ ਨਾਲ, ਆਪਣੇ ਖਿਆਲਾਂ ਵਾਲਿਆਂ ਨਾਲ। ਜਿਹੜੇ ਤੁਰਨੇ ਵਾਲੀਆਂ ਗੱਲਾਂ ਕਰਦੇ ਨੇ ਆਪਣੇ ਖਿਆਲਾਂ ਵਾਲੇ ਉਹਨਾਂ ਨੂੰ ਮਿਲ ਜਾਂਦੇ ਨੇ ਔਰ ਉਹਨਾਂ ਨਾਲ ਉੱਠਦੇ ਬੈਠਦੇ ਨੇ। ਉੱਡਦੇ ਕੋ ਉੱਡਦਾ ਮਿਲੇ, ਜਿਹੜੇ ਉੱਡਦੀਆਂ ਗੱਲਾਂ ਕਰਦੇ ਨੇ, ਓਵਰਨਾਈਟ ਅਮੀਰ ਕਿਵੇਂ ਬਣੀਦਾ, ਕਿੱਥੇ ਪ੍ਰਾਪਰਟੀ ਲਓ, ਕਿਸ ਤਰ੍ਹਾਂ ਛੇਤੀ ਨਾਲ ਇੰਝ ਅਮੀਰ ਬਣ ਜਾਓਗੇ, ਉੱਡਣੀਆਂ ਗੱਲਾਂ ਕਰਨ ਵਾਲੇ। तुरदे को तुरदा मिले, उड़ते को जीवते को जी। लोकी गल लै तू शराब ही नहीं पीती, लै तू ऐ नहीं कीता, लै तू ऐ नहीं कीता, तेरा जीवन ही की बनया।
ਰੱਬ ਪੁੱਛੇਗਾ ਤੈਨੂੰ ਸਭ ਚੀਜ਼ਾਂ ਦਿੱਤੀਆਂ ਸੀ ਤੂੰ ਦੇ। ਲੋਕੀ ਉਹਨਾਂ ਨੂੰ ਜੀਵਨ ਸਮਝਦੇ ਨੇ। ਗੁਰੂ ਸਾਹਿਬ ਕਹਿੰਦੇ ਮਤ ਕੋਈ ਜਾਣੇ ਜਗ ਜੀਣ ਦਾ ਦੂਜੇ ਭਾਈ ਮੁਆਸਿਆ। ਜੀਵਨ ਨਹੀਂ ਹੈ। ਪਰ ਲੋਕੀ ਕਿਸ ਨੂੰ ਜੀਵਨ ਸਮਝਦੇ ਨੇ? ਲੋਕੀ ਆਪਣੇ ਖਿਆਲਾਂ ਵਾਲਿਆਂ ਨਾਲ ਉੱਠਣਾ ਬੈਠਣਾ ਸ਼ੁਰੂ ਕਰ। तुरदे को तुरदा मिले, उड़ते को उड़ता, जीवते को जीवता मिले, मूए को मऊआ। कई ना हमेशा ढैंदियां गल्लां वाली पैसीमिस्टिक उदासीन गल्लां करते रहते हैं। वो मूए वालियां गल्लां करते हैं। वो अपने ख्यालों वाले नाल बैठ जाते हैं। गुरु साहब कहते तू अपने अपने ख्यालों वाले नाल ना बैठिया कर, लाइक माइंडेड नाल ना बैठिया कर। तेरी मत नूं डुअलिटी सताएगी। और लोकी अवगुण इकट्ठे करते हैं तो तू अपने अपने अवगुणों वाले ख्यालों के नाल बैठ जाता है। ਇਹਦੇ ਨਾਲ ਤੂੰ ਡੁਅਲਿਟੀ ਵਾਲੀ ਗੇਮ ਵਿੱਚ ਪੈ ਜਾਂਦਾ ਹੈ। ਨਾਨਕ ਸੋ ਸਲਾਈਏ ਜਿਨ ਕਾਰਨ ਕੀਆ। ਤੂੰ ਸੱਚ ਦੀ ਮੱਤ ਲੈ, ਸੱਚ ਦੇ ਨਾਲ ਜੁੜ। ਲਾਈਕ ਮਾਈਂਡਡ ਦੇ ਨਾਲ ਕੀ ਹੋਏਗਾ? ਜਿਹੜਾ ਤੇਰਾ ਲਾਈਕ ਮਾਈਂਡਡ ਨਹੀਂ ਹੋਏਗਾ ਤੂੰ ਉਹਨੂੰ ਨਫ਼ਰਤ ਕਰੇਗਾ। ਡੁਅਲਿਟੀ, ਕਿਸੇ ਨੂੰ ਬੁਰਾ ਕਿਸੇ ਨੂੰ ਭਲਾ ਕਹੇਗਾ ਤੂੰ। फरीद जी कहते ने कागा करंग ढंडोलिया सगला खाया मास। ये दोए नैना मत छूहो। ए डुअलिटी दियां अखां ने मन दियां ने मेरी मत नूं टच कर लिया और मैं रब नूं देखण दी आस ला रहा। मेरे जीवन विच रब पैदा नहीं हो सकता। रब है, मेरे अंदर है, पर रब की गल मैनू सुनाई नहीं देंदी। मैनू कां कुत्ते बिल्लियां वालियां गल्लां सुनाई देंदियां ने। ताई मैं वैसे एक्शन करदा हाँ। जदों मैं स्टब्बन हो जांदा तां मैं खोता हो जांदा हाँ। खोता डंकी नूं कहंदे ने, डंकी स्टब्बन हुंदा है और मैं डंकी हो जांदा हाँ, मूर्ख हो जांदा हाँ, सच सुनना नहीं चाहता। कहाँ स्वान को सिमरती सुनाए, कुत्ते नूं तुसीं सिमरती सुनाओ, पाठ सुनाओ, जो मर्जी सुनाओ, कुत्ता नहीं सुनता। तो मैं उस वे कहाँ स्वान को सिमरती, कौआ कहाँ कपूर चढ़ाया? कौए नूं तुसीं कपूर खुआओ नहीं खाएगा। तुसीं निम्म नूं अमृत सिंची जाओ तो निम्म अपना कौड़ापन नहीं छड्डदी। ਇਹ ਸਾਰੀਆਂ ਗੱਲਾਂ ਸਾਨੂੰ ਦੱਸਦੀਆਂ ਕਿ मैं उस ਵੇਲੇ किस तरह रूप वटांदा हाँ, चेंज कर लैंदा। मैं दुनिया के मुताबिक चलदा और मेरे जीवन विच रब जी आंदे ने और मैं सुख चाहता हाँ। रब जी नूं अपने जीवन विच प्राप्त करन दा मतलब हुंदा सुख, चैन, हैप्पीनैस, विकास, खेड़ा लैना। जे मेरे अंदर जीवन विच नहीं है तो रब मेरे जीवन विच नहीं। ये दोई नैना मछुओं पिर देखन किया कागा चूंड ना पिंजरा बसे तो उडर जाए। हुण कहंदे ने तू मैनू इस तरह अवगुणा वाले जीवन दे नाल मेरे शरीर नू खराब ना कर। साडा शरीर कदों खराब होंदा है? जदों असीं दुनियावी तौर ते जीण लगदे हां। लोग अवगुणा की बनना है, गंठड़ी गुणना व्याज है। कोई लोकी अवगुण इकट्ठे करते हैं, असीं लोकां मुताबिक जीण लगदे हां। साडे अपने जीवन चों चैन गवाच जांदा है। कौआ चला हंस की चाल, अपनी चाल भी भूल गया। हुण गुरु पातशाह मैनूं सिखांदे ने तू सुख चाहता है, तेरा कप्पड़ रूप सुहावना हो सकता है। तू सुखी खेड़े वाली खुशी अवस्था प्राप्त कर सकता है। दुनिया विकारां वाला जीवन जींदी है। दुनिया के विकारां वाले जीवन के 2-3 होर एग्जाम्पल मैं साझ करना चाहता, मेरा समा हो गया। जदों असी शराब नहीं पींदे हाँ, जदों असी दुनिया दी सो कार्ड पार्टियां ते नहीं जाते हाँ, जदों असी दुनिया के नकम्मे डांसिस के अंदर पार्टिसिपेट नहीं करते हाँ, जदों असी दुनिया के दिखावे दे काम नहीं करते हाँ, सानू दुनिया अपनी चाल ते चलाने वास्ते पता की कहती है, इंज जे तुसी सोशल नहीं ना होगे तुहाडे बच्चियां दा रिश्ता कोई नहीं लेगा। सोशल होने वास्ते दुनिया वांगू भैड़ा बनना पैंदा है। गुरु साहब कह रहे ने छड्ड दुनिया, ए दुनियादारी छड्ड दे। दुनिया छड्डण दा मतलब सुसाइड करना नहीं, ए दुनिया जिस तरह चालां चलदी है, चल ऐसी रीत जित में प्यारा विसरै, तो वो छड्ड दे। छड्ड कपड़ रूप सुहावना, तेरा सुहावना सुखी हो सकता है। छड्ड दुनिया की कर, अंदर जावना, अपने अंदर जा, इंट्रोस्पैक्शन सीख, अंदर दियां अखां ठीक कर, अपने अंदर दा तन ठीक कर, अपने अंदर दा सोचनी नूं ठीक कर, अपना जगत सृष्टि नवी बना। उन्होंने कहते ने सतगुर के जन्म गवन मिटाया। सतगुर दी मत लै ते सतगुर दे घर नवा जन्म लै। ए शरीर माँ प्यो दे घर लिया, तेरी चॉइस नहीं सी, पर सतगुर दे घर लैण वास्ते तेरे कोल चॉइस है।
नाउ यू कैन फिक्स अप योर बॉडी। नवा जन्म तू लै सकना है इसे जन्म विच, मरण तो बाद नहीं। कागा चूंड ना पिंजरा, बसै तां उड्डर जाए। ओए कां ओ विकार ओ मंदे ख्यालो, हुण मेरा शरीर खराब ना करो। जे तुसीं इत्थे बैठे उड़ जाओ, जित पिंजरे मेरा शौ वसै। साडे अंदर कॉन्शियस विच, हिरदे विच, चित्त विच, ਜ਼ਮੀਰ ਵਿੱਚ, ਵਿਲ ਵਿੱਚ, ਜਿਸ ਦਾ ਨਾਂ ਅਸੀਂ ਆਤਮਾ ਵੀ ਰੱਖ ਲੈਂਦੇ ਹਾਂ, ਜਿਹਦਾ ਨਾਂ ਅਸੀਂ ਐਲੀਵੇਟਿਡ ਮਨ ਵੀ ਰੱਖ ਲੈਂਦੇ ਹਾਂ, ਉੱਥੇ ਰੱਬ ਜੀ ਵਸਦੇ ਨੇ। ਮਾਸ ਨਾ ਤਿੰਦੂ ਖਾਏ, ਤੂੰ ਉੱਥੋਂ ਮਾਸ ਨਹੀਂ ਖਾ ਸਕਦਾ, ਕਾਂ ਤੂੰ ਉੱਡ ਜਾ। ਇੱਕ ਵਾਰ ਸਤਿਗੁਰ ਦੀ ਮੱਤ ਦਾ ਅਸੀਂ ਸੁਨੇਹਾ ਲੈ ਲਈਏ ਔਰ ਸਤਿਗੁਰ ਦਾ ਦਰ ਪ੍ਰਾਪਤ ਕਰ ਲਈਏ ਤਾਂ ਉੱਥੋਂ ਕਾਂ ਵਿਕਾਰ ਮਾਸ ਨਹੀਂ ਖਾ ਸਕਦੇ। ਡੀਮਨਸ ਕੈਨ ਨਾਟ ਬੋਦਰ ਮੀ, आई विल लर्न हाउ टू कॉम्बैट विद दैम। इनू माइटी माइटी खालसा कहते हैं, जो अपने अंदर दे अवगुणा दे नाल फाइट कर सकता है, अवगुणा दे पुरजे कट दिंदा है। पुरजा पुरजा कट मरै, अवगुण की डुअलिटी वालियां अखां कट दिंदा है। इन्हां हत्थां नाल लोकां दा विगाड़ करन वाले हत्थ कट दिंदा है। इन्हां पैरां दे नाल जिहड़ा पब ते जाके डांस करदा सी पैर कट दिंदा है। इहनूं कहंदे पुरजा पुरजा कट मरै, कबू ना छाडै खेत। कबू ना छाडे खेत मीनस अपना जिहड़ा रिंग होंदा है ना, जिहदे ते असीं बॉक्सिंग करते हैं, रैसलिंग करते हैं, अपनी जिंदगी दे इस सच दे रस्ते दा अपना है जिहड़ा वो गुसाई दा पहलवानड़ा वो बन जाता है और इस विकारां दे नाल लड़ाई दे विच हार नहीं खाता है, सिर तली ते रख के रहिंदा है और कॉम्बैट सीख जाता है। उन्होंने संत सिपाही कहते हैं, सोल्जियर बन जाता है। उन्होंने विकारां दे नाल कॉम्बैट करना आ जाता है। अंदरों ਜਿਹੜੇ ਜਿਹੜੇ ਭੈੜੇ ਭੈੜੇ ਖਿਆਲ ਆਉਂਦੇ ਨੇ, ਭੈੜੇ ਖਿਆਲਾਂ ਨੂੰ ਪਹਿਲਾਂ ਸਪਰੈਸ ਕਰਨਾ ਸਿੱਖਦਾ ਹੈ, ਫਿਰ ਆਸਤਾ ਆਸਤਾ ਭੈੜੇ ਖਿਆਲਾਂ ਦੇ ਫੁਰਨੇ ਉੱਠਦੇ ਨਹੀਂ ਨੇ, ਫਿਰ ਉਹਨੂੰ ਭੈੜੇ ਖਿਆਲ ਆਉਂਦੇ ਨਹੀਂ ਨੇ। ਜਿਤ ਪਿੰਜਰੈ ਮੇਰਾ ਸ਼ੌ ਵਸੈ, ਮਾਸ ਨਾ ਤਿੱਦੂ ਖਾਏ। ਉਹ ਪਿੰਜਰ ਕਿਹੜਾ ਹੈ? ਜਿੱਥੇ ਰੱਬ ਜੀ ਵਸਦੇ ਨੇ ਮੇਰੇ ਅੰਦਰ ਔਰ ਉੱਥੇ ਕਾਂ ਨਹੀਂ ਸਤਾਉਂਦੇ ਨੇ। ਉਹ ਦਰ ਅੰਦਰ ਹੈ, ਰੱਬ ਜੀ ਦਾ ਦਰ, ਰੱਬ ਜੀ ਦੀ ਦਰਗਾਹ ਤੇਰੇ ਅੰਦਰ ਹੈ, ਉਹਨੂੰ ਨਾ ਛੱਡ। ਉਥੋਂ ਸਤਿਗੁਰ ਦੀਆਂ ਅੱਖਾਂ ਦਾ ਨਜ਼ਰੀਆ ਲੈ ਲੈ, ਉਹ ਵਾਲੀ ਵਿਜ਼ਨ ਲੈ ਲੈ। ਦੁਬਦਾ ਦੀਆਂ ਅੱਖਾਂ ਖਤਮ ਹੋ ਜਾਣਗੀਆਂ, ਇਸ ਸਰੀਰ ਨੂੰ ਵਿਕਾਰ ਰੂਪੀ ਕਾਂ ਨਹੀਂ ਸਤਾਉਣਗੇ। ਇਹ ਸ਼ਲੋਕਾਂ ਦੇ ਨਾਲ ਰੱਬੀ ਮਿਲਣ ਦੀ ਅਵਸਥਾ, ਰੱਬ ਜੀ ਨੂੰ ਮਿਲਣ ਦਾ ਮਾਰਗ ਅਤੇ ਕਾਵਾਂ ਔਰ ਅਵਗੁਣਾਂ ਤੋਂ ਬਚਣ ਦਾ ਰਾਹ ਸਮਝਾਇਆ ਗਿਆ, ਜੋ ਅਸੀਂ ਆਪ ਜੀ ਨਾਲ ਸਾਂਝ ਕੀਤੀ।